ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬੈ ਮਵਕਲਨ ਉਸ ਕਹਿਓ, ਹਮ ਕਿਛ ਰਖਿਓ ਨ ਤਾਣ। ਜੋ ਇਨਕੋ ਹਮ ਦੁਖ ਦੇਵੈ, ਸੋ ਪਵੈ ਹਮ ਪਰ ਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ, ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰਦੇ। ਅੱਜ ਦਾ ਦਿਨ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪੰਜਾਬੀ ਸੂਬੇ ਦੀ ਮੰਗ ਕਰ ਰਹੇ ਸ਼ਾਂਤਮਈ ਢੰਗ ਨਾਲ ਬੈਠੇ ਸਿੱਖਾਂ ਤੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਕੇ ਸਮੇਂ ਦੀ ਹੁਕਮਰਾਨ ਸਰਕਾਰ ਵੱਲੋਂ ਫੌਜਾਂ ਭੇਜ ਕੇ ਲਾਠੀ ਚਾਰਜ ਕਰਵਾਇਆ ਗਿਆ। ਅਥਰੂ ਗੈਸ ਦੇ ਗੋਲੀਆਂ ਦਾਗੀਆਂ ਗਈਆਂ, ਜਿਹਦੇ ਵਿੱਚ ਕਈ ਸਿੰਘ ਜ਼ਖਮੀ ਹੋਏ, ਸ਼ਹੀਦੀਆਂ ਹੋਈਆਂ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਹੈ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਮੇਂ ਦੀ ਸਰਕਾਰ ਵੱਲੋਂ ਸਭ ਤੋਂ ਪਹਿਲਾ ਤੋਹਫਾ ਇਹ ਦਿੱਤਾ ਗਿਆ ਸੀ ਸਿੱਖਾਂ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ। ਉਸ ਦਿਨ ਨੂੰ ਚੇਤੇ ਕਰਦਿਆਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ, ਕੁਰਬਾਨੀ ਕਰਨ ਵਾਲੇ ਉਹਨਾਂ ਮਹਾਨ ਜੁਝਾਰੂਆਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਕਲਗੀਧਰ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ। ਗਰੀਬ ਨਵਾਜ ਸਾਹਿਬ ਨਾਂਦੇੜ ਪਹੁੰਚੇ ਨੇ, ਗੋਦਾਵਰੀ ਦੇ ਕਿਨਾਰੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਆਸ਼ਰਮ ਹੈ। ਇਹਦਾ ਇੱਕ ਕਰਾਮਾਤੀ ਅਜਮਤੀ ਪਲੰਗਾ ਹੈ, ਉਹਦੇ ਤੇ ਜਾ ਕੇ ਸਤਿਗੁਰੂ ਜੀ ਬੈਠੇ ਨੇ, ਸਿੰਘ ਵਿਚਰ ਰਹੇ ਨੇ। ਮਾਧੋ ਦਾਸ ਬੈਰਾਗੀ ਦੇ ਚੇਲਿਆਂ ਨੇ ਮਾਧੋ ਦਾਸ ਨੂੰ ਜਾ ਕੇ ਦੱਸਿਆ ਕਿ ਤੇਰੇ ਪਲੰਗੇ ਤੇ ਸਾਡੇ ਰੋਕਦਿਆਂ ਕੋਈ ਤੇਜਸਵੀ ਪੁਰਸ਼ ਆ ਕੇ ਬੈਠ ਗਏ ਨੇ। ਤਾਂ ਉਸ ਵਕਤ ਮਾਧੋ ਦਾਸ ਨੇ ਖਿਝ ਕਰਕੇ ਆਪਣੇ ਮੁਵੱਕਲ, ਆਪਣੇ ਵੀਰ ਭੇਜੇ ਕਿ ਜਾਓ ਤੁਸੀਂ ਜਾ ਕੇ ਪਲੰਗਾ ਮੂਧਾ ਮਾਰ ਦਿਓ। ਵੀਰਾਂ ਨੇ ਜਾ ਕੇ ਆਪਣਾ ਤਾਣ ਲਾ ਕੇ ਪਲੰਗਾ ਮੂਧਾ ਮਾਰਨ ਦਾ ਯਤਨ ਕੀਤਾ, ਪਰ ਸਤਿਗੁਰੂ ਜੀ ਨੇ ਤੀਰ ਗੱਡੇ ਹੋਏ ਨੇ ਪਲੰਗੇ ਦੇ ਪਾਵੇ ਵਿੱਚ। ਪਲੰਗੇ ਨੂੰ ਉਂਗਲ ਭਰ ਵੀ ਹਿਲਾ ਨਹੀਂ ਸਕੇ। ਹਾਰ ਕੇ ਮਾਧੋ ਦਾਸ ਕੋਲ ਆਏ ਨੇ ਤਾਂ ਮਾਧੋ ਦਾਸ ਆਪਣੇ ਵੀਰਾਂ ਨੂੰ ਗੁੱਸੇ ਹੁੰਦਾ ਹੈ, ਉਹਨਾਂ ਨੂੰ ਤਾੜਨਾ ਕਰਦਾ ਵੀ ਕੀ ਕਰਦੇ ਹੋ ਤੁਸੀਂ, ਜਾ ਕੇ ਤਾਣ ਕਿਉਂ ਨਹੀਂ ਲਾਉਂਦੇ। ਤਾਂ ਉਸ ਵਕਤ ਇਹਦੇ ਮੁਵੱਕਲ, ਇਹਦੇ ਵੀਰ ਮਾਧੋ ਦਾਸ ਨੂੰ ਦੱਸ ਰਹੇ ਨੇ, ਆਓ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ ਕਿ ਕਿਵੇਂ ਮੇਰੇ ਪਾਤਸ਼ਾਹ
ਭਟਕੇ ਹੋਏ ਮਾਧੋ ਦਾਸ ਨੂੰ ਬੰਦਾ ਬਣਾ ਕੇ ਬੰਦਾ ਸਿੰਘ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬੈ ਮਵਕਲਨ ਉਸ ਕਹਿਓ ਹਮ ਕਿਛ ਰਖਿਓ ਨ ਤਾਣ। ਜਦੋਂ ਮਾਧੋ ਦਾਸ ਨੇ ਕਿਹਾ ਕੋ ਤੁਸੀਂ ਪਲੰਘਾਂ ਨਹੀਂ ਚੁੱਕਦੇ ਜਾ ਕੇ, ਕਿਉਂ ਨਹੀਂ ਮੂਧਾ ਮਾਰਦੇ, ਤਾਂ ਉਸ ਵੇਲੇ ਉਹ ਵੀਰ ਬੋਲੇ, ਕਹਿਣ ਲੱਗੇ ਮਾਧੋ ਦਾਸ ਜੀ ਅਸੀਂ ਆਪਣਾ ਕੋਈ ਤਾਣ ਰੱਖਿਆ ਨਹੀਂ, ਅਸੀਂ ਆਪਣੇ ਵੱਲੋਂ ਪੂਰਾ ਤਾਣ ਤੇ ਪੂਰੀ ਜਿੰਨੀ ਸਾਡੇ 'ਚ ਸ਼ਕਤੀ ਹੈ ਉਹ ਲਾ ਕੇ ਵੇਖ ਲਈ ਹੈ। ਜੋ ਇਨ ਕੋ ਹਮ ਦੁਖ ਦੇਵੈ ਸੋ ਪਵੈ ਹਮ ਪੁਰ ਆਣ। ਅਸੀਂ ਜੇ ਕੋਈ ਇਹਨਾਂ ਨੂੰ ਤਕਲੀਫ ਦੇਣ ਵਾਸਤੇ ਆਪਣੀ ਸ਼ਕਤੀ ਵਿਖਾਉਨੇ ਆ ਜਾਂ ਕੋਈ ਆਪਣੀ ਕਲਾ ਦੇ ਨਾਲ ਇਹਨਾਂ ਨੂੰ ਅਸੀਂ ਕੋਈ ਤਕਲੀਫ ਦੇਣਾ ਚਾਹੁੰਦੇ ਆ, ਇਹਨਾਂ ਦਾ ਕੁਝ ਨਹੀਂ ਵਿਗੜਦਾ, ਉਲਟੀ ਉਹ ਤਕਲੀਫ ਸਾਨੂੰ ਆ ਕੇ ਲੱਗਦੀ ਹੈ। ਅਸੀਂ ਜੇ ਇਹਨਾਂ ਨੂੰ ਕੋਈ ਦੁੱਖ ਦੇਣਾ ਚਾਹੁੰਦੇ ਆ ਤਾਂ ਉਹ ਦੁੱਖ ਉਲਟ ਕੇ ਸਾਨੂੰ ਆ ਕੇ ਲੱਗਦਾ ਹੈ। ਚੌਪਈ ਜੋ ਸਕੋ ਹਮ ਦੁੱਖ ਚਹ ਲਾਇਆ। ਜੇ ਅਸੀਂ ਉਹਨਾਂ ਨੂੰ ਕੋਈ ਦੁੱਖ ਲਾਣਾ ਚਾਹੁੰਦੇ ਆ, ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਪਲੰਘੇ ਤੋਂ ਮੂਧਾ ਸੁੱਟੀਏ ਜਾਂ ਇਹਨਾਂ ਨੂੰ ਕੋਈ ਤਕਲੀਫ ਦੇਈਏ, ਤਾਂ ਉਹ ਦੁੱਖ ਜੇ ਅਸੀਂ ਜੋ ਇਹਨਾਂ ਨੂੰ ਲਾਣ ਦੀ ਇੱਛਾ ਰੱਖਦੇ ਹਾਂ ਦੇ ਹਮ ਦੁੱਖ ਸਵਾਇਆ, ਤਾਂ ਉਹ ਦੁੱਖ ਸਾਨੂੰ ਕਈ ਗੁਣਾ ਵੱਧ ਹੋ ਕੇ ਸਾਨੂੰ ਭੋਗਣਾ ਪੈ ਰਿਹਾ। ਜੇ ਅਸੀਂ ਇਹਨਾਂ ਨੂੰ ਸੁੱਟਣਾ ਚਾਹੁੰਦੇ ਆ ਤਾਣ ਨਾਲ ਤੇ ਅਸੀਂ ਆਪ ਡਿੱਗ ਡਿੱਗ ਪੈਂਦੇ ਆ, ਜੇ ਅਸੀਂ ਇਹਨਾਂ ਨੂੰ ਅਗਨੀ ਲਾਣਾ ਚਾਹੁੰਦੇ ਆ ਤੇ ਅੱਗ ਸਾਨੂੰ ਆ ਕੇ ਲੱਗਦੀ ਹੈ। ਏਦਾਂ ਸਾਡੇ ਤੇ ਵੱਡੀ ਉਲਟੀ ਤਕਲੀਫ ਜਿਹੜੀ ਆ ਉਹ ਸਾਡੇ ਤੇ ਆਣ ਕੇ ਪੈਂਦੀ ਹੈ। ਜੋ ਹਮ ਇਸਕੇ ਨੇੜੇ ਜਾਵੇ। ਕੀ ਦਸੀਏ ਮਾਧੋ ਦਾਸ ਇਹ ਕਿੰਨਾ ਤੇਜਸਵੀ ਪੁਰਖ ਹੈ, ਜੇ ਅਸੀਂ ਇਹਦੇ ਨੇੜੇ ਜਾਂਦੇ ਹਾਂ ਤੇ ਜਗਨ ਸੋ ਹਮੈ ਜਲਾਵੇ। ਤੇ ਇਹਨਾਂ ਵਿੱਚ ਇੰਨਾ ਤੇਜ ਹੈ, ਇੰਨਾ ਪ੍ਰਤਾਪ ਹੈ ਕਿ ਉਹ ਇਹਨਾਂ ਦਾ ਤੇਜ ਸਾਡੇ ਕੋਲੋਂ ਚੱਲ ਨਹੀਂ ਹੁੰਦਾ। ਇਹਨਾਂ ਦੇ ਤੇਜ ਤੇ ਪ੍ਰਤਾਪ ਨਾਲ ਸਾਨੂੰ ਸਾੜਾ ਪੈਂਦਾ ਹੈ। ਅਸੀਂ ਇਹਨਾਂ ਦਾ ਤੇਜ ਬਰਦਾਸ਼ਤ ਨਹੀਂ ਕਰ ਸਕਦੇ। ਜਦੋਂ ਨੇੜੇ ਜਾਂਦੇ ਆ ਤਾਂ ਇਹਨਾਂ ਦਾ ਤੇਜ ਸਾਨੂੰ ਜਲਾਉਂਦਾ ਹੈ। ਤਦੈ ਮਵਕਲਨ ਐਸੇ ਉਚਾਰੇ। ਜਦੋਂ ਇਸ ਤਰ੍ਹਾਂ ਮਵਕਲਾਂ ਨੇ ਯਾਨੀ ਕਿ ਬਾਬੇ ਮਾਧੋ ਦਾਸ ਬੈਰਾਗੀ ਦੇ ਵੀਰਾਂ ਨੇ ਇਹ ਗੱਲ ਕਹੀ, ਇਨ ਕੈ ਆਗੇ ਹਮ ਪਏ ਹਾਰੇ। ਉਹਨਾਂ ਅਖੀਰ ਨੂੰ ਕਹਿ ਦਿੱਤਾ ਕਿ ਅਸੀਂ ਇਹਦੇ ਅੱਗੇ ਹਾਰ ਗਏ ਆ। ਇਸ ਪ੍ਰਤਾਪੀ ਪੁਰਖ ਤੇ ਸਾਡਾ ਕੋਈ ਤਾਣ ਕੋਈ ਜ਼ੋਰ ਨਹੀਂ ਚੱਲਦਾ। ਅਸੀਂ ਹਾਰ ਮੰਨ ਲਈ ਹੈ, ਇਹਨਾਂ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਣਾ। ਜਬ ਹਮ ਉਨਕਾ ਨੇੜੇ ਜਾਵੇ। ਜਦੋਂ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਆਪ ਕੋਪ ਤੇ ਆਪ ਜਲਾਵੇ। ਅਸੀਂ ਆਪਣੇ ਗੁੱਸੇ ਵਿੱਚ ਆਪ ਹੀ ਸੜਦੇ ਹਾਂ। ਜਦੋਂ ਗੁੱਸੇ ਨਾਲ ਉਹਨਾਂ ਵੱਲ ਜਾਂਦੇ ਆ ਉਹ ਸਾਡਾ ਗੁੱਸਾ ਉਲਟਾ ਸਾਨੂੰ ਹੀ ਸਾੜਦਾ, ਸਾਨੂੰ ਹੀ ਜਲਾਉਂਦਾ ਹੈ। ਛੋਟੋ ਤਬੇ ਜਬ ਸੀਸ ਨਿਵਾਵੇ। ਤੇ ਜਦੋਂ ਅਸੀਂ ਸੜਦੇ ਆ ਨਾ, ਜਲਦੇ ਆ, ਤਾਂ ਅਸੀਂ ਛੁੱਟਦੇ ਆ। ਜਦੋਂ ਉਹਨਾਂ ਅੱਗੇ ਹੱਥ ਜੋੜ ਕੇ ਸੀਸ ਨਿਵਾਉਂਦੇ ਆ ਫਿਰ ਅਸੀਂ ਛੁੱਟ ਜਾਂਦੇ ਆ। ਜੇ ਅਸੀਂ ਅੜਦੇ ਆ ਤੇ ਸੜਦੇ ਆ, ਤੇ ਜੇ ਹੱਥ ਜੋੜ ਕੇ ਸੀਸ ਨਿਵਾਉਂਦੇ ਆ ਤੇ ਫਿਰ ਅਸੀਂ ਉਸ ਤਪਸ਼ ਤੋਂ ਬਚ ਜਾਂਦੇ ਹਾਂ, ਛੁੱਟ ਜਾਂਦੇ ਹਾਂ। ਹੋਏ ਸੀਤਲ ਤਬ ਅਤ ਸੁਖ ਪਾਵੇ। ਜਦੋਂ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਸੀਸ ਝੁਕਾਉਂਦੇ ਹਾਂ ਮਾਧੋ ਦਾਸ, ਉਸ ਵੇਲੇ ਸਾਡੇ ਅੰਦਰ ਦੀ ਤਪਸ਼ ਬੁਝ ਜਾਂਦੀ ਹੈ, ਸਾਨੂੰ ਸ਼ੀਤਲਤਾ ਮਹਿਸੂਸ ਹੁੰਦੀ ਹੈ, ਸਾਨੂੰ ਸੁਖ ਪ੍ਰਾਪਤ ਹੁੰਦਾ ਹੈ। ਐਸੇ ਸੁਨੇ ਉਹਨੇ ਤੇ ਬੈਨ। ਜਦੋਂ ਮਾਧੋ ਦਾਸ ਨੇ ਆਪਣੇ ਵੀਰਾਂ ਕੋਲੋਂ ਇਹ ਗੱਲਾਂ ਸੁਣੀਆਂ ਭਇਓ ਅਚੰਭੇ ਅਤ ਪੈ ਕੈਨ। ਔਰ ਬਹੁਤ ਜ਼ਿਆਦਾ ਅਚੰਭਤ ਹੋਇਆ, ਹੈਰਾਨ ਹੋਇਆ, ਤੇ ਮਨ ਦੇ ਵਿੱਚ ਡਰਿਆ ਵੀ ਤੇ ਨਾਲੇ ਸੋਚਦਾ ਵੀ ਐਡਾ ਬਲੀ ਕੌਣ ਹੈ
ਇਹ ਪ੍ਰਤਾਪੀ ਪੁਰਖ ਕੌਣ ਹੈ ਜਿਹਦੇ ਚ ਇੰਨਾ ਬਲ ਹੈ, ਜਿਹਦੇ ਅੱਗੇ ਮੇਰੇ ਵੀਰ ਹਾਰ ਗਏ ਹਨ। ਜਬ ਉਹਨੂੰ ਸਤਿਗੁਰ ਨੈਣੀ ਦੇਖਾ, ਸਤਿਗੁਰੂ ਜੀ ਨੂੰ ਇਹਨੇ ਪਲੰਗੇ ਤੇ ਬੈਠੇ ਆ ਕੇ ਮਾਧੋ ਦਾਸ ਨੇ ਵੇਖਿਆ, ਆਪਣੇ ਬਲ ਤੇ ਅਦਕ ਬਹੁ ਲੇਖਾ, ਵੇਖਿਆ ਕਿ ਇਹਨਾਂ ਕੋਲ ਮੇਰੇ ਤੋਂ ਵੱਧ ਬਲ ਹੈ, ਇਹਨਾਂ ਕੋਲ ਮੇਰੇ ਤੋਂ ਵੱਧ ਤਾਣ ਹੈ। ਫਿਰ ਸਿੱਖਨ ਪ੍ਰੇਤ ਵੀਰ ਚਲਾਏ, ਇਹਨੇ ਆਖਿਆ ਜੇ ਇਹਨਾਂ ਤੇ ਜ਼ੋਰ ਨਹੀਂ ਚੱਲਦਾ ਤੇ ਜਿਹੜੇ ਇਹਨਾਂ ਦੇ ਸਿੱਖ ਫਿਰਦੇ ਨੇ ਉਹਨਾਂ ਤੇ ਜ਼ੋਰ ਪਾਉਨੇ ਆ। ਇਹਨੇ ਆਪਣੇ ਵੀਰਾਂ ਨੂੰ ਹੁਕਮ ਕੀਤਾ ਕਿ ਆ ਜਿਹੜੇ ਇਹਨਾਂ ਦੇ ਸਿੱਖ ਬੈਠੇ ਨੇ ਇਹਨਾਂ ਦੇ ਆਲੇ ਦੁਆਲੇ, ਉਹਨਾਂ ਤੇ ਜਾ ਕੇ ਆਪਣਾ ਜ਼ੋਰ ਚਲਾਓ। ਜਿਨ ਜਿਨ ਲੈਥੇ ਬਕੇਰ ਘਾਏ, ਕਿ ਇਹਨਾਂ ਵਿੱਚੋਂ ਜਿਨ੍ਹਾਂ ਨੇ ਮੇਰੇ ਬੱਕਰੇ ਵੱਢੇ ਨੇ ਨਾ ਇੱਥੇ, ਉਹਨਾਂ ਨੂੰ ਜਾ ਕੇ ਵੀਰਾਂ ਨੂੰ ਕਿਹਾ ਵੀ ਉਹਨਾਂ ਨੂੰ ਜਾ ਕੇ ਦੁੱਖ ਦਿਓ, ਉਹਨਾਂ ਨੂੰ ਜਾ ਕੇ ਸਜ਼ਾ ਦਿਓ। ਸੋਰਠਾ ਸੋ ਫਿਰ ਆਏ ਬੀਰ, ਸਿੰਘਨ ਕਾਟਿਗ ਸੁਨ ਟੁਕੈ। ਇਹ ਸੁਣਦਿਆਂ ਸਾਰ ਵੀਰ ਕਹਿੰਦੇ ਸਿੱਖਾਂ ਤੇ ਤਾਂ ਅਸੀਂ ਜ਼ੋਰ ਪਾ ਹੀ ਲਵਾਂਗੇ, ਗੁਰੂ ਜੀ ਤੇ ਨਹੀਂ ਸਾਡਾ ਜ਼ੋਰ ਪੈਂਦਾ, ਤਾਣ ਪੈਂਦਾ। ਤੋ ਉਸੇ ਵੇਲੇ ਜਿੰਨੇ ਵੀਰ ਸਨ ਇਹ ਸਿੱਖਾਂ ਤੇ ਆਪਣਾ ਜ਼ੋਰ ਪਾਉਣ ਵਾਸਤੇ ਆਏ। ਉਨ ਕੋ ਰਛਕ ਤੀਰ ਫਿਰੈ ਸੁਦਰਸ਼ਨ ਚੱਕਰ ਜਿਮਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਤੀਰ ਨੇ ਨਾ, ਮਹਾਰਾਜ ਜੀ ਦੇ ਸਾਰੇ ਸਿੱਖਾਂ ਦੇ ਆਲੇ ਦੁਆਲੇ ਤੀਰ ਦੀ ਇੱਕ ਕਾਰ ਖਿਚਾ ਦਿੱਤੀ ਸਿੰਘਾਂ ਦੇ ਕੋਲੋਂ। ਉਹ ਤੀਰ ਹੀ ਮਹਾਰਾਜ ਜੀ ਦੇ ਜਿਹੜੇ ਸਨ, ਜਿਵੇਂ ਸੁਦਰਸ਼ਨ ਚੱਕਰ ਫਿਰਦਾ ਨਾ, ਏਦਾਂ ਉਹ ਤੀਰ ਫਿਰ ਕੇ ਉਹਨਾਂ ਵੀਰਾਂ ਨੂੰ ਤੰਗ ਕਰਦੇ ਤੇ ਵੀਰਾਂ ਨੂੰ ਸਿੱਖਾਂ ਦੇ ਨੇੜੇ ਨਹੀਂ ਆਉਣ ਦਿੰਦੇ। ਕਲਗੀਧਰ ਜੀ ਦੇ ਤੀਰ ਉਹ ਇੰਨੇ ਪ੍ਰਤਾਪੀ ਨੇ ਕਿ ਉਹ ਵੀਰ ਮਹਾਰਾਜ ਜੀ ਦੇ ਤੀਰਾਂ ਤੋਂ ਡਰਦੇ ਮਾਰੇ ਨੇੜੇ ਨਹੀਂ ਆਉਂਦੇ ਸਿੱਖਾਂ ਤੇ। ਦੋਹਰਾ ਬੀਰ ਫਿਰੇ ਜਬ ਸਿੱਖਨ ਤੇ, ਤਬ ਉਨ ਨਿਸਚੋ ਆਏ। ਜਦੋਂ ਵੀਰ ਸਿੱਖਾਂ ਤੋਂ ਵੀ ਵਾਪਸ ਖਾਲੀ ਹੱਥ ਪਰਤ ਆਏ, ਉਹ ਕਹਿੰਦੇ ਜੇ ਸਿੱਖਾਂ ਦੇ ਨੇੜੇ ਜਾਈਏ ਤਾਂ ਵੀ ਤੰਗ ਹੁੰਨੇ ਆ ਅਸੀਂ, ਉਹਨਾਂ ਦੇ ਸਿੱਖਾਂ ਉੱਤੇ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਜਦੋਂ ਵੀਰ ਵਾਪਸ ਆਏ ਤੇ ਫਿਰ ਮਾਧੋ ਦਾਸ ਦੇ ਮਨ ਵਿੱਚ ਨਿਸ਼ਚਾ ਹੋਇਆ, ਇਹ ਪੂਰੇ ਹੈ ਸਤਿਗੁਰੂ ਇਨ ਸਿੱਖਨ ਸਮ ਹਮ ਨਾਹੇ। ਮਾਧੋ ਦਾਸ ਦੇ ਮੂੰਹੋਂ ਬੋਲ ਨਿਕਲਿਆ ਆਪਣੇ ਵੀਰਾਂ ਨੂੰ, ਕਹਿੰਦਾ ਇਹ ਪੂਰੇ ਸਤਿਗੁਰੂ ਜੀ ਨੇ ਜੋ ਆਏ ਬੈਠੇ ਨੇ, ਤੇ ਮੈਂ ਇਹਨਾਂ ਦੇ ਸਿੱਖਾਂ ਦੇ ਬਰਾਬਰ ਵੀ ਨਹੀਂ ਪੁੱਜਦਾ। ਇਨ ਸਿੱਖਨ ਸਮ ਹਮ ਨਾਹੇ, ਮੈਂ ਤਾਂ ਇਹਨਾਂ ਦੇ ਸਿੱਖਾਂ ਦੇ ਬਰਾਬਰ ਵੀ ਨਹੀਂ, ਕਿਉਂਕਿ ਮੈਂ ਤਾਂ ਇਹਨਾਂ ਦੇ ਸਿੱਖਾਂ ਦਾ ਵੀ ਕੋਈ ਨੁਕਸਾਨ ਨਹੀਂ ਕਰ ਸਕਿਆ। ਇਹਨਾਂ ਦੇ ਸਿੱਖ ਵੀ ਪ੍ਰਤਾਪੀ ਨੇ, ਇਹ ਪੂਰੇ ਸਤਿਗੁਰੂ ਜੀ ਹਨ। ਚੌਪਈ ਤਬ ਅਧੀਨ ਹੋਏ ਚਰਨੀ ਪਰਿਓ। ਉਸੇ ਵੇਲੇ ਸਤਿਗੁਰਾਂ ਦੇ ਅਧੀਨ ਹੋ ਕੇ ਮਾਧੋ ਦਾਸ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਔਰ ਦੀਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਤਬ ਸਤਿਗੁਰ ਮੁਖ ਬਚਨ ਉਚਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਾਰਤਾਲਾਪ ਹੋਈ ਮਾਧੋ ਦਾਸ ਨਾਲ। ਵਿਦਵਾਨਾਂ ਨੇ ਲਿਖੀ ਹੈ, ਮਹਾਰਾਜ ਜੀ ਨੇ ਪੁੱਛਿਆ ਕੌਣ? ਕਹਿੰਦਾ ਜੀ ਬੰਦਾ। ਸਤਿਗੁਰੂ ਜੀ ਨੂੰ ਕਹਿੰਦਾ ਮਹਾਰਾਜ ਤੁਸੀਂ ਕੌਣ? ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਤੂੰ ਜਾਣਦਾ ਹੈ। ਕੁਝ ਸਮੇਂ ਬਾਅਦ ਬੋਲਿਆ, ਕਹਿੰਦਾ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਹਾਰਾਜ ਜੀ ਕਹਿੰਦੇ ਹਾਂ। ਕਹਿਣ ਲੱਗੇ ਮਹਾਰਾਜ ਕੌਣ ਹੈ? ਕਹਿੰਦਾ ਬੰਦਾ। ਮਹਾਰਾਜ ਕਹਿੰਦੇ ਕਿਸ ਦਾ? ਕਹਿੰਦਾ ਮਹਾਰਾਜ ਗੁਰੂ ਦਾ, ਤੁਹਾਡਾ। ਇਹ ਵਾਰਤਾਲਾਪ ਹੋਈ। ਭਾਈ ਰਤਨ ਸਿੰਘ ਜੀ ਜਿਹੜੀ ਵਾਰਤਾਲਾਪ ਲਿਖਦੇ ਨੇ ਉਹ ਵੀ ਦੱਸ ਰਹੇ ਨੇ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਮਾਧੋ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਕੋ ਤੂੰ ਪੰਥੀ ਕੋ ਗੁਰ ਤੇਰਾ। ਮਹਾਰਾਜ ਜੀ ਕਹਿਣ ਲੱਗੇ ਭਾਈ ਕਿਹੜੇ ਰਾਹ ਦਾ ਪਾਂਧੀ ਆ ਤੂੰ? ਯਾਨੀ ਕਿ ਕਿਸ ਰਸਤੇ ਤੇ ਟੁਰਿਆ ਹੋਇਆ, ਤੇਰਾ ਪੰਥ ਕਿਹੜਾ ਹੈ ਔਰ ਤੇਰਾ ਗੁਰੂ ਕੌਣ ਹੈ? ਕਰੇ ਮਸ਼ਕਰੀ ਸੰਤਨ ਕੇਰਾ। ਕੌਣ ਹੈ ਤੇਰਾ ਗੁਰੂ ਜਿਹਨੇ ਤੈਨੂੰ ਸੰਤਾਂ ਨਾਲ ਮਸ਼ਕਰੀ ਕਰਨੀ ਸਿਖਾਈ ਹੈ? ਇਹੋ ਜਿਹਾ ਗੁਰੂ ਤੇਰਾ
ਜਿਹਨੇ ਤੈਨੂੰ ਮਹਾਂਪੁਰਸ਼ਾਂ, ਸਾਧੂਆਂ, ਸੰਤਾਂ, ਰੱਬ ਦੇ ਪਿਆਰਿਆਂ ਨਾਲ ਮਸ਼ਕਰੀ ਕਰਨੀ ਸਿਖਾਈ ਆ, ਮਸ਼ਕਰੀਆਂ ਕਰਦਾ ਸੰਤਾਂ ਨਾਲ? ਦੱਸ ਤੂੰ ਕੌਣ ਹੈ? ਕਿਆ ਤੁਧ ਸਮਸਰ ਜਗ ਮੈਂ ਨਾਹੀ। ਕੀ ਤੂੰ ਇਹ ਸਮਝਦਾ ਵੀ ਤੇਰੇ ਬਰਾਬਰ ਜਗਤ ਵਿੱਚ ਕੋਈ ਦੂਜਾ ਹੈ ਹੀ ਨਹੀਂ? ਇਹ ਭੁਲੇਖਾ ਪਾਲੀ ਬੈਠਾ ਤੂੰ ਆਪਣੇ ਹਿਰਦੇ ਵਿੱਚ। ਤੂੰ ਇਹ ਸਮਝਦਾ ਕਿ ਤੇਰੇ ਸਮਾਨ ਇਸ ਜਗਤ ਵਿੱਚ ਕੋਈ ਨਹੀਂ। ਕਿਆ ਵੱਡ ਕਲਾ ਇੱਕ ਤੁਮ ਹੀ ਮਾਹੀ। ਇਹ ਵੱਡੀ ਕਲਾ ਇੱਕ ਤੇਰੇ ਵਿੱਚ ਹੀ ਹੈ ਮਾਧੋ ਦਾਸ। ਕਿ ਕਲਾਵਾਨ ਤੂੰ ਹੀ ਹੈ, ਸੰਸਾਰ 'ਚ ਕਿਸੇ ਦੂਜੇ 'ਚ ਹੋਰ ਕਲਾ ਹੈ ਹੀ ਨਹੀਂ। ਤੂੰ ਇਹ ਜਾਣੀ ਬੈਠਾ ਹੈ। ਦੋਹਰਾ ਕਰੇ ਮਸ਼ਕਰੇ ਸੰਤ ਜੋ ਸੋ ਹੋਏ ਖੁਆਰ। ਮਹਾਰਾਜ ਜੀ ਕਹਿੰਦੇ ਮਾਧੋ ਦਾਸ ਇੱਕ ਗੱਲ ਪੱਲੇ ਬੰਨ ਲੈ। ਸਤਿਪੁਰਸ਼ਾਂ, ਮਹਾਂਪੁਰਸ਼ਾਂ ਦੇ ਨਾਲ ਮਸ਼ਕਰੀ ਕਰਨ ਵਾਲਾ ਮਨੁੱਖ ਆਪਣਾ ਸਭ ਕੁਝ ਖਤਮ ਕਰ ਲੈਂਦਾ। ਸੰਤਨ ਸੇਤੀ ਮਸ਼ਕਰੀ ਕੁੱਲਾਂ ਦੇਵੇ ਗਾਲ। ਰੱਬ ਦੇ ਪਿਆਰਿਆਂ ਨਾਲ, ਮਹਾਂਪੁਰਸ਼ਾਂ ਦੇ ਨਾਲ ਕੀਤੀ ਹੋਈ ਮਸ਼ਕਰੀ ਉਹ ਕੁੱਲਾਂ ਨੂੰ ਗਰਕ ਕਰਕੇ ਰੱਖ ਦਿੰਦੀ ਹੈ। ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੇ ਅੰਮ੍ਰਿਤ ਬੋਲ ਹਨ। ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਉਹ ਵੀ ਮਸ਼ਕਰੀ ਕਰਨ ਗਏ ਸੀ ਦੁਰਵਾਸਾ ਰਿਸ਼ੀ ਜੀ ਦੇ ਨਾਲ। ਯਾਦਵਾਂ ਨੂੰ ਕੀ ਫਲ ਪ੍ਰਾਪਤ ਹੋਇਆ? ਕੁੱਲ ਨਸ਼ਟ ਹੋ ਗਈ। ਮਹਾਰਾਜ ਜੀ ਕਹਿੰਦੇ ਮਹਾਂਪੁਰਸ਼ਾਂ, ਸਾਧੂਆਂ ਦੇ ਨਾਲ ਮਸ਼ਕਰੀ ਕੀਤਿਆਂ ਖੁਆਰੀ ਹੁੰਦੀ ਹੈ। ਇਸ ਕਰਕੇ ਖੁਆਰੀ ਤੋਂ ਬਚਣਾ ਤੇ ਸਤਿਪੁਰਸ਼ਾਂ ਦਾ, ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ ਚਾਹੀਏ। ਭਾਂਡ ਭਗਤੀਏ ਡੂਮ ਲੁਕ ਇਨਕੀ ਹੈ ਯਹ ਕਾਰ। ਮਸ਼ਕਰੀਆਂ ਕਰਨੀਆਂ, ਇਹ ਮਸ਼ਕਰੀਆਂ ਕਰਨੀਆਂ ਸਤਿਪੁਰਸ਼ਾਂ ਦਾ ਸੁਭਾਅ ਨਹੀਂ। ਮਸ਼ਕਰੀਆਂ ਕਰਨਾ ਭੰਡਾਂ ਦਾ ਕੰਮ ਹੁੰਦਾ ਹੈ। ਮਸ਼ਕਰੀਆਂ ਕਰਨਾ ਭਗਤੀਆਂ ਦਾ ਕੰਮ ਹੁੰਦਾ, ਜਿਹੜੇ ਮੰਦਰਾਂ ਮੂਹਰੇ ਜਾ ਕੇ ਮੰਗਦੇ ਐ। ਡੂਮਾਂ ਦਾ ਕੰਮ ਹੁੰਦਾ ਹੈ, ਉਹਨਾਂ ਦਾ ਇਹ ਕੰਮ ਹੈ ਮਸ਼ਕਰੀਆਂ ਕਰਨੀਆਂ। ਦੱਸ ਵੀ ਤੇਰੇ ਵਰਗੇ ਵੈਰਾਗੀਆਂ ਨੂੰ ਮਸ਼ਕਰੀਆਂ ਕਰਨੀਆਂ ਇਹ ਸੋਭਦੀਆਂ ਨੇ? ਮਰਾਸ਼ੀਆਂ ਵਾਲੇ ਕੰਮ ਤੈਂ ਫੜੇ ਹੋਏ ਨੇ। ਚਾਪਏ ਤਬ ਨ ਕਹਿਓ ਮੈਂ ਬੰਦਾ ਤੋਰਾ। ਹੱਥ ਜੋੜ ਕੇ ਮਾਧੋ ਦਾਸ ਬੋਲਿਆ, ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਬੰਦਾ, ਅੱਜ ਤੋਂ ਬਾਅਦ ਮੈਂ ਤੁਹਾਡਾ ਬੰਦਾ ਹਾਂ। ਮੈਂ ਤੋਹ ਸਿੰਘ ਗੁਰੂ ਤੂੰ ਮੋਰਾ। ਮਹਾਰਾਜ ਅੱਜ ਤੋਂ ਬਾਅਦ ਮੈਂ ਤੁਹਾਡਾ ਸਿੰਘ ਹਾਂ ਔਰ ਤੁਸੀਂ ਮੇਰੇ ਗੁਰੂ ਹੋ। ਪਿਛਲੇ ਬਾਤ ਮਾਫ ਹਮ ਕੀਜੈ। ਜੋ ਪਿੱਛੇ ਮੈਂ ਕਰ ਬੈਠਿਆ, ਕਰ ਗੁਜ਼ਰਿਆ, ਮਹਾਰਾਜ ਉਹ ਖਿਮਾ ਕਰ ਦਿਓ। ਪਿੱਛੇ ਜੋ ਮੇਰੇ ਕੋਲੋਂ ਗੁਨਾਹ ਹੋ ਗਏ ਨੇ ਉਹ ਆਪ ਦੀ ਕਿਰਪਾ ਕਰਕੇ ਖਿਮਾ ਕਰ ਦਿਓ। ਅਬ ਹੋਏ ਫਿਰ ਤੋ ਜੀ ਆਇਓ ਕੀਜੈ। ਹੁਣ ਜੇ ਮੇਰੇ ਕੋਲੋਂ ਕੋਈ ਗੁਨਾਹ ਹੋਵੇ, ਜੇ ਹੁਣ ਮੈਂ ਕੋਈ ਭੁੱਲ ਕਰਾਂ ਤੇ ਫਿਰ ਤੁਹਾਡੇ ਜੋ ਜੀ ਆਵੇ ਉਹ ਮੇਰੇ ਨਾਲ ਕਰਿਓ। ਪਰ ਜਿਹੜੀਆਂ ਪਹਿਲਾਂ ਮੇਰੇ ਕੋਲੋਂ ਭੁੱਲਾਂ ਹੋ ਗਈਆਂ ਨੇ ਮਹਾਰਾਜ ਉਹ ਬਖਸ਼ ਦਿਓ। ਅਬ ਮੈਂ ਪਇਓ ਤੁਮਾਰੋ ਦਾਸ। ਅੱਜ ਤੋਂ ਬਾਅਦ ਮੈਂ ਤੁਹਾਡਾ ਦਾਸ ਹਾਂ। ਉਹ ਮੈਂ ਕਰੂੰ ਹੁਕਮ ਹੋਏ ਖਾਸ। ਮਹਾਰਾਜ ਜੋ ਆਪ ਜੀ ਦਾ ਖਾਸ ਹੁਕਮ ਹੋਵੇਗਾ, ਆਪ ਜੀ ਦੇ ਹੁਕਮ ਦੀ ਮੈਂ ਪਾਲਣਾ ਕਰਾਂਗਾ, ਉਹੀ ਕੰਮ ਕਰਾਂਗਾ ਜੋ ਹੁਕਮ ਕਰੋਗੇ। ਹਮਕੋ ਕੀ ਜੋ ਆਪਣੋ ਦਾਸ। ਮਹਾਰਾਜ ਜੀ ਮੈਨੂੰ ਆਪਣਾ ਦਾਸ ਬਣਾ ਲਓ। ਚੋਜੀ ਪ੍ਰੀਤਮ ਕਲਗੀਧਰ ਸਵਾਮੀ ਜੀ ਮੈਨੂੰ ਆਪਣਾ ਸੇਵਕ ਬਣਾ ਲਵੋ। ਜਾਨ ਜਾਨ ਰੱਖੋ ਨਿਜ ਪਾਸ। ਮਹਾਰਾਜ ਮੈਨੂੰ ਆਪਣਾ ਜਾਣ ਕੇ ਮੈਨੂੰ ਆਪਣੇ ਚਰਨਾਂ ਪਾਸ ਰੱਖੋ, ਆਪਣਾ ਜਾਣ ਕੇ ਨਵਾਜੋ। ਦੋਹਰਾ ਹਮ ਐਸੇ ਉਨ ਬਚ ਕਹੇ ਹਾਥ ਜੋੜ ਸਿਰ ਨਿਆਏ। ਇਹ ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੱਥ ਜੋੜ ਕੇ ਮਹਾਰਾਜ ਕਲਗੀਧਰ ਜੀ ਦੇ ਚਰਨਾਂ 'ਚ ਸੀਸ ਨਵਾ ਕੇ ਇਹ ਬੇਨਤੀ ਕਹੀ। ਭਏ ਪ੍ਰਸੰਨ ਤਬ ਸਤਿਗੁਰੂ ਲੀਨੋ ਚਰਨਨ ਲਾਏ। ਸਤਿਗੁਰੂ ਜੀ ਮਹਾਨ ਪ੍ਰਸੰਨਤਾ ਦੇ ਘਰ ਵਿੱਚ ਆਏ, ਪ੍ਰਸੰਨ ਹੋਏ ਔਰ ਪ੍ਰਸੰਨ ਹੋ ਕੇ ਬਾਬਾ ਬੰਦਾ ਸਿੰਘ ਨੂੰ ਆਪਣੇ ਚਰਨੀ ਲਾਇਆ। ਆਪਣੇ ਚਰਨਾਂ ਦਾ ਆਸਰਾ ਬਖਸ਼ ਕੇ ਆਪਣਾ ਸਿੰਘ ਸਜਾਇਆ। ਚੌਪਈ ਸਤਿਗੁਰ ਕਹੀ
ਸਿੱਖ ਬਣਨੋ ਔਖਾ। ਪਰ ਪਹਿਲਾਂ ਮਹਾਰਾਜ ਜੀ ਨੇ ਕਹਿ ਦਿੱਤਾ, ਆਖਿਆ ਬੰਦਾ ਸਿੰਘ ਸਿੱਖ ਬਣਨਾ ਬੜਾ ਔਖਾ ਕੰਮ ਹੈ। ਕਿਤੇ ਸੋਚਦਾ ਹੋਵੇ ਕਿ ਗੁਰੂ ਕੀ ਸਿੱਖੀ ਨਿਭਾਉਣੀ ਬੜੀ ਸੌਖੀ ਹੈ। ਪਾਤਸ਼ਾਹ ਕਹਿੰਦੇ ਸਿੱਖ ਬਣਨਾ ਬੜਾ ਔਖਾ ਹੈ। ਮਨ ਤਨ ਧਨ ਰਖ ਹੋਏ ਨਾ ਤੋਖਾ। ਸਿੱਖ ਬਣਨ ਵਾਸਤੇ ਆਪਣਾ ਮਨ ਤਨ ਧਨ ਗੁਰੂ ਅੱਗੇ ਅਰਪਣ ਕਰਕੇ ਮਨ 'ਚ ਕੋਈ ਤੋਖਲਾ ਨਹੀਂ ਰੱਖਣਾ। ਤੋਖਲਾ ਉਹ ਆਪਣੇ ਮਨ 'ਚ ਨਹੀਂ ਰੱਖਣਾ, ਔਰ ਗੁਰੂ ਅੱਗੇ ਆਪਣਾ ਮਨ ਤਨ ਧਨ ਅਰਪਣਾ ਪੈਂਦਾ ਜੇ ਸਿੱਖ ਬਣਨਾ। ਅੱਜ ਅੰਮ੍ਰਿਤ ਵੇਲੇ ਸਾਹਿਬ ਨੇ ਮੁੱਖ ਵਾਕ ਬਖਸ਼ੇ ਨੇ ਰਾਗ ਧਨਾਸਰੀ ਵਿੱਚ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਇਹ ਗੁਰਸਿੱਖੀ ਆ ਭਾਈ, ਕਿ ਆਪਣਾ ਤਨ ਮਨ ਧਨ ਗੁਰੂ ਚਰਨਾਂ ਵਿੱਚ ਅਰਪਣਾ ਪੈਂਦਾ ਜੇ ਸਿੱਖ ਬਣਨਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਜਦੋਂ ਗੁਰੂ ਅੱਗੇ ਆਪਣਾ ਤਨ ਮਨ ਧਨ ਤਿੰਨੇ ਅਰਪਣ ਕਰ ਦਈਏ ਤਾਂ ਸਿੱਖ ਬਣਿਆ ਜਾਂਦਾ ਹੈ। ਸਿੱਖ ਬਨੈ ਜਬ ਖੋਏ ਭਰਮ। ਪਾਤਸ਼ਾਹ ਕਹਿੰਦੇ ਸਿੱਖ ਉਦੋਂ ਬਣਿਆ ਜਾਂਦਾ ਜਦੋਂ ਭਰਮ ਦੂਰ ਕਰ ਦੇਵੇ ਮਨ ਚੋਂ। ਜਿਹੜਾ ਭਰਮ ਰੱਖੇ ਖਬਰੇ ਗੁਰੂ ਤਾਰੇ ਕੇ ਨਾ ਤਾਰੇ, ਏਦਾਂ ਦਾ ਭਰਮ ਵਾਲਾ ਬੰਦਾ ਸਿੱਖ ਨਹੀਂ ਬਣ ਸਕਦਾ। ਪਾਤਸ਼ਾਹ ਕਹਿੰਦੇ ਸਿੱਖ ਬਣੇ ਜਬ ਖੋਏ ਭਰਮ, ਜਦੋਂ ਆਪਣੇ ਹਿਰਦੇ ਚੋਂ ਭਰਮ ਗਵਾ ਦੇਵੇ। ਸਿੱਖ ਬਣਨ ਕੈ ਕਠਨ ਸੋ ਕਰਮ। ਮਹਾਰਾਜ ਜੀ ਕਹਿੰਦੇ ਸਿੱਖ ਬਣਨ ਤੋਂ ਬਾਅਦ ਬੜੀ ਕਰੜੀ ਘਾਲਣਾ ਘਾਲਣੀ ਪੈਂਦੀ ਆ। ਬੰਦਾ ਸਿੰਘ ਘਾਲੇਗਾ, ਬੜੇ ਔਖਿਆਂ ਸਮਿਆਂ ਵਿੱਚੋਂ ਵੀ ਲੰਘਣਾ ਪੈਣਾ। ਮਹਾਰਾਜ ਜੀ ਅਗਾਹ ਕਰ ਰਹੇ ਨੇ, ਸੁਚੇਤ ਕਰ ਰਹੇ ਨੇ ਕਿ ਬੰਦਾ ਸਿੰਘ ਆਉਣ ਵਾਲਾ ਸਮਾਂ ਤੇਰੇ ਲਈ ਕੋਈ ਬਹੁਤਾ ਸੁਖਾਲਾ ਨਹੀਂ ਹੋਣਾ। ਜੇ ਸਿੱਖ ਬਣਨਾ ਤਾਂ ਬੜੀ ਕਰੜੀ ਘਾਲਣਾ ਘਾਲਣੀ ਪੈਣੀ ਹੈ। ਤਿਆਰ ਕਰ ਰਹੇ ਨੇ ਕਿ 4 ਵਰਿਆਂ ਦਾ ਬੱਚਾ ਵੀ ਗੋਦੀ 'ਚ ਪਵਾ ਕੇ ਕੁਹਾਣਾ ਪਵੇਗਾ। ਸੁਚੇਤ ਕਰ ਰਹੇ ਨੇ ਕਿ ਸਿੱਖ ਬਣਨਾ ਬੜਾ ਕਠਿਨ ਹੈ। ਸਿੱਖ ਹੋਏ ਜੋ ਆਪਾ ਖੋਵੈ। ਸਿੱਖ ਤਾਂ ਉਹ ਹੁੰਦਾ ਬੰਦਾ ਸਿੰਘ ਜਿਹੜਾ ਆਪਣੇ ਅੰਦਰੋਂ ਆਪਣਾ ਆਪਾ ਭਾਵ ਖੋ ਦਿੰਦਾ, ਆਪਣੇ ਹਿਰਦੇ ਚੋਂ ਆਪਣੇ ਆਪੇ ਨੂੰ ਗਵਾ ਦਿੰਦਾ। ਮੇਟ ਕੁੱਲੈ ਨਿਜ ਗੁਰ ਕੁਲ ਹੋਵੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਸਿੱਖ ਉਹ ਹੈ ਜਿਹੜਾ ਆਪਣੀ ਕੁੱਲ ਮੇਟ ਕੇ ਗੁਰੂ ਦੀ ਕੁੱਲ ਦਾ ਹੋ ਜਾਏ। ਦੱਸੋ ਆਪਾਂ ਸਾਰੇ ਬੈਠੇ ਆ ਭਾਈ, ਆਪਾਂ ਕਿੰਨੇ ਕੁ ਗੁਰੂ ਕੁੱਲ ਵਾਲੇ ਹੋਏ ਹਾਂ? ਸਾਨੂੰ ਤਾਂ ਹਾਲੇ ਵੀ ਆਪਣੀਆਂ ਕੁੱਲਾਂ ਦਾ ਮਾਣ ਹੈ। ਮੈਂ ਖੱਤਰੀ, ਮੈਂ ਬ੍ਰਾਹਮਣ, ਮੈਂ ਸ਼ੂਦਰ, ਮੈਂ ਵੈਸ਼, ਮੈਂ ਫਲਾਣੀ ਜਾਤੀ ਦਾ, ਮੈਂ ਫਲਾਣੀ ਬਰਾਦਰੀ ਦਾ। ਇਹ ਕੁੱਲਾਂ ਦਾ ਮਾਣ ਤਾਂ ਸਾਨੂੰ ਅਜੇ ਵੀ ਹੈ। ਅੰਮ੍ਰਿਤਧਾਰੀ ਵੀ ਹਾਂ, ਪਰ ਕੁੱਲਾਂ ਦਾ ਮਾਣ ਤਾਂ ਫਿਰ ਰੱਖੀ ਬੈਠੇ ਆ। ਕਿੰਨੇ ਕੁ ਹੋ ਗਏ ਅਸੀਂ ਵੀ ਗੁਰੂ ਕੁੱਲ ਦੇ ਹਾਂ। ਸਾਡੀ ਕੁੱਲ ਗੁਰੂ ਹੈ, ਸਾਡਾ ਪਰਿਵਾਰ ਗੁਰੂ ਹੈ। ਜਦੋਂ ਕਹਿ ਦਿੱਤਾ ਤੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮਾਤਾ ਸਾਹਿਬਦੇਵਾਂ ਜੀ ਨੇ, ਵਾਸੀ ਆਨੰਦਪੁਰ ਸਾਹਿਬ ਦਾ ਹੈ, ਤੇਰੇ ਨਾਨਕੇ ਗੁਰੂ ਕੇ ਲਾਹੌਰ ਨੇ, ਤਾਂ ਉਸ ਵੇਲੇ ਗੁਰੂ ਕੁੱਲ ਹੀ ਹੋ ਜਾਂਦੀ ਹੈ ਨਾ, ਫਿਰ ਤਾਂ ਆਪਣੀ ਕੁੱਲ ਰਹਿੰਦੀ ਨਹੀਂ। ਪਾਤਸ਼ਾਹ ਕਹਿੰਦੇ ਸਿੱਖ ਬਣਨਾ ਤਾਂ ਬੰਦਾ ਸਿੰਘ ਆਪਣੀ ਕੁੱਲ ਦਾ ਮਾਣ ਛੱਡ ਕੇ ਗੁਰੂ ਦੀ ਕੁੱਲ ਵਿੱਚ ਰਲਣਾ ਪੈਂਦਾ, ਗੁਰੂ ਦੀ ਕੁੱਲ ਵਿੱਚ ਸ਼ਾਮਲ ਹੋਣਾ ਪੈਂਦਾ। ਜਿਮ ਕਰ ਕੀਟ ਨਿਜ ਕੁਲੈ ਤਿਆਗੈ। ਪਾਤਸ਼ਾਹ ਉਦਾਹਰਣ ਦਿੰਦੇ ਨੇ, ਕੀੜਾ ਹੁੰਦਾ ਨਾ ਨਿੱਕਾ ਜਿਹਾ ਕੀਟ, ਉਹ ਆਪਣੀ ਕੁੱਲ ਤਿਆਗਦਾ। ਕਿਵੇਂ ਤਿਆਗਦਾ ਦੱਸਦੇ ਨੇ, ਭਾਵੇਂ ਪਰਹਿੰਗੇ ਉਸ ਕੁਲ ਲਾਗੈ। ਇੱਕ ਭਰਿੰਗੀ ਹੁੰਦੀ ਹੈ ਨਾ, ਉਹ ਮਿੱਟੀ ਦਾ ਨਿੱਕਾ ਜਿਹਾ ਘਰ ਬਣਾ ਲੈਂਦੀ ਹੈ ਕਿਸੇ ਕੰਧ ਦੇ ਕੋਨੇ ਵਿੱਚ। ਉਹ ਆਪ ਬੱਚਾ ਪੈਦਾ ਨਹੀਂ ਕਰਦੀ, ਕਿਸੇ ਦੂਸਰੇ ਕੀੜੇ ਨੂੰ ਲਿਆ ਕੇ ਆਪਣੇ ਕੋਲ ਰੱਖਦੀ ਹੈ। ਉਹਨੂੰ ਆਪਣੀ ਬੋਲੀ ਸਿਖਾ ਕੇ, ਆਪਣਾ ਸਾਰਾ ਕੁਝ ਉਹਨੂੰ ਸਿਖਾ ਕੇ ਉਹਨੂੰ ਆਪਣੇ ਵਰਗਾ ਕਰ ਲੈਂਦੀ। ਉਹ ਕੀੜਾ ਆਪਣੀ ਕੁੱਲ ਤਿਆਗ ਕੇ ਮੁੜ ਕੇ ਭਰਿੰਗੀ ਦੀ ਕੁੱਲ ਦਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਇਦਾਂ ਹੀ ਸਿੱਖ ਆਪਣੀ ਕੁੱਲ ਦਾ ਤਿਆਗ ਕਰਕੇ ਗੁਰੂ ਕੀ ਕੁੱਲ ਵਾਲਾ ਹੋ ਜਾਂਦਾ ਹੈ। ਜਦੋਂ ਗੁਰੂ ਵਿੱਚ ਆ ਕੇ ਮਿਲ ਗਿਆ, ਗੁਰੂ ਦਾ ਸਿੱਖ ਹੋ ਗਿਆ, ਫਿਰ ਉਹਦੀ ਕੁੱਲ ਗੁਰੂ ਹੈ। ਦੋਹਰਾ
ਵਾਲੋ ਨਿੱਕੇ ਖੰਨਿਓ ਤਿਖੇ, ਹੈ ਸਿੱਖੀ ਕੇ ਰੀਤ। ਪਾਤਸ਼ਾਹ ਕਹਿੰਦੇ ਵਾਲ ਨਾਲੋਂ ਵੀ ਬਾਰੀਕ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਸਿੱਖੀ ਦੀ ਰੀਤ। ਵਾਲੋਂ ਨਿੱਕੀ ਜਾਣੀਆਂ, ਖੰਡੇ ਨਾਲੋਂ ਸੁਣੀਆਂ ਤਿੱਖੀ। ਭਾਈ ਗੁਰਦਾਸ ਜੀ, ਵਾਲ ਨਾਲੋਂ ਵੀ ਬਾਰੀਕ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ। ਖੰਨੇ ਹੋ ਤਿੱਖੀ, ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਇਹ ਰਾਹ ਹੈ ਸਿੱਖੀ ਦਾ। ਇਸ ਮਾਰਗ ਤੇ ਚੱਲਣਾ ਔਰ ਇਸ ਰਸਤੇ ਤੇ ਚੱਲਣ ਵਾਸਤੇ ਆਪਣਾ ਆਪ ਗੁਰੂ ਦੇ ਚਰਨਾਂ 'ਚ ਸਮਰਪਣ ਕਰਨਾ ਪੈਂਦਾ, ਆਪਣਾ ਆਪ ਤਿਆਗਣਾ ਪੈਂਦਾ। ਮਹਾਰਾਜ ਜੀ ਕਹਿੰਦੇ ਵਾਲ ਨਾਲੋਂ ਵੀ ਨਿੱਕੀ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਸਿੱਖੀ ਦੀ ਰੀਤ। ਖਾਲਸਾ ਜੀ, ਗੁਰਸਿੱਖੀ ਦੀ ਰੀਤ ਨਿਭਾਉਣੀ, ਗੁਰਸਿੱਖੀ ਦੀ ਮਰਿਆਦਾ ਨੂੰ ਪਾਲਣਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ, ਆਪਣੇ ਯਤਨਾਂ ਨਾਲ ਨਹੀਂ। ਅੱਜ ਕੱਲ ਕਹਿ ਦਿੰਦੇ ਆ ਜੀ ਸਿੱਖੀ ਦਾ ਧਰਮ ਬੜਾ ਸਹਿਜ ਧਰਮ। ਸਹਿਜ ਧਰਮ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਮਹਾਰਾਜ ਜੀ ਨੇ ਸਾਨੂੰ ਬੜਾ ਸੁਖੱਲੇ ਢੰਗ, ਸੁਖੱਲੇ ਤਰੀਕੇ ਦੱਸੇ ਆ ਪਰਮਾਰਥ ਦੇ। ਜਿਹੜੇ ਹੋਰ ਮਤਾਂ ਵਿੱਚ ਬੜੇ ਕਠਿਨ ਸਾਧਨ ਨੇ ਨਾ, ਸਾਡੇ ਲਈ ਸਤਿਗੁਰਾਂ ਨੇ ਬੜੇ ਸਰਲ ਤੇ ਸੁਖੈਨ ਸਾਧਨ ਬਣਾਏ ਹੈ। ਪਰ ਖਾਲਸਾ ਜੀ, ਜਦੋਂ ਅਸੀਂ ਆਪਣਾ ਇਤਿਹਾਸ ਵਾਚਦੇ ਹਾਂ ਤਾਂ ਉਸ ਵੇਲੇ ਜਿਹੜਾ ਇਤਿਹਾਸ ਆਪਾਂ ਅੱਗੇ ਵਾਚਣਾ ਹੈ ਉਹਦੇ 'ਚ ਪਤਾ ਲੱਗਦਾ ਕਿ ਸਿੱਖੀ ਦੇ ਨਿਭਾਉਣ ਦੀਆਂ ਮੰਜ਼ਿਲਾਂ ਕਿੰਨੀਆਂ ਪਰੇ ਦੀਆਂ ਹਨ। ਸਿੱਖ ਹੋਣਾ ਤੇ ਸਿੱਖੀ ਨੂੰ ਨਿਭਾਉਣਾ ਇਹ ਵੱਖੋ ਵੱਖਰੇ ਸਰੂਪ ਨੇ ਨਾ। ਇੱਕ ਤਾਂ ਸਿੱਖ ਹੋਣਾ, ਆਪਾਂ ਕਹਿ ਦਿੱਤਾ ਵੀ ਮੈਂ ਸਿੱਖ ਹਾਂ। ਇੱਕ ਸਿੱਖੀ ਨੂੰ ਨਿਭਾਉਣਾ ਉਦੋਂ ਤੱਕ ਜਦੋਂ ਤੱਕ ਸਰੀਰ ਨਾਲੋਂ ਸੀਸ ਵੱਖਰਾ ਨਾ ਹੋ ਜਾਏ, ਧੜ ਚੋਂ ਪ੍ਰਾਣ ਨਿਕਲ ਜਾਣ ਤੇ ਫਿਰ ਵੀ ਸਿੱਖੀ ਨੂੰ ਨਿਭਾਉਂਦਾ ਆਪਣੇ ਪ੍ਰਾਣਾਂ ਦਾ ਤਿਆਗ ਕਰ ਦੇਵੇ, ਇਹਨੂੰ ਸਿੱਖੀ ਨੂੰ ਨਿਭਾਉਣਾ ਕਹਿੰਦੇ ਆ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਕਰਕੇ ਪਾਤਸ਼ਾਹ ਕਹਿੰਦੇ ਵਾਲ ਨਾਲੋਂ ਵੀ ਨਿੱਕੀ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਇਹਦੀ ਰੀਤ ਹੈ। ਸਿਰ ਤੇ ਪਰੇ ਸੇਵਾ ਕਰੇ, ਤੋ ਡਰੇ ਮਦ ਚੇਤ। ਮਹਾਰਾਜ ਜੀ ਕਹਿੰਦੇ ਆ ਸਿਰ ਤੋਂ ਪਰੇ ਡੇਰਾ ਸਿੱਖੀ ਦਾ। ਉੱਥੇ ਸਿਰ ਨਹੀਂ ਹੁੰਦਾ ਜਿੱਥੇ ਸਿੱਖੀ ਦਾ ਡੇਰਾ। ਪੜ੍ਹਦੇ ਹੁੰਦੇ ਨਾ ਕਵਿਤਾ, ਬਾਜਾਂ ਵਾਲਿਆ ਤੇਰੇ ਸਕੂਲ ਅੰਦਰ, ਮੈਂ ਸੁਣਿਆ ਕੋਈ ਲੱਗਦੀ ਫੀਸ ਕੋਈ ਨਾ, ਜਦੋਂ ਵੇਖਿਆ ਤੇਰੇ ਸਕੂਲ ਅੰਦਰ ਤੇ ਪੜਨ ਵਾਲਿਆਂ ਦੇ ਧੜਾ ਤੇ ਸੀਸ ਕੋਈ ਨਾ। ਕਿਉਂਕਿ ਸਿਰੋਂ ਪਰੇ ਸਿੱਖੀ ਨਿਭਾਈ ਜਾਂਦੀ ਹੈ। ਜਿੱਥੇ ਸਿਰ ਹੋਵੇ ਉੱਥੇ ਤਾਂ ਆਪਣੀ ਮੱਤ ਹੋ ਗਈ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਸਿਰ ਹੋਇਆ ਉੱਥੇ ਆਪਣੀ ਮੱਤ ਕੰਮ ਕਰੇਗੀ। ਸਿਰੋਂ ਪਰੇ ਡੇਰੇ ਦਾ ਮਤਲਬ ਗੁਰੂ ਕੀ ਮੱਤ ਨਾਲ ਚੱਲਣਾ, ਆਪਣੀ ਮੱਤ ਨੂੰ ਤਿਆਗ ਦੇਣਾ। ਹਾਂਜੀ, ਜੋ ਆਖੇ ਸਤਿਗੁਰ ਉਸੈ, ਸੋਇ ਨ ਲੀਨੀ ਮਾਨ। ਜੋ ਬਚਨ ਮਹਾਰਾਜ ਜੀ ਨੇ ਕਹੇ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 7 ਬਚਨ ਕਹਿ ਕੇ ਸਤਿਗੁਰੂ ਜੀ ਦੇ ਕਹੇ ਬਚਨ ਮੰਨ ਲਏ। ਕਰਿਓ ਸੋ ਬੰਦਾ ਨਾਮ ਤਿਸ, ਤਿਨ ਕਰ ਲਿਓ ਪ੍ਰਮਾਨ। ਨਾਮ ਬੰਦਾ ਸਿੰਘ ਹੀ ਮਹਾਰਾਜ ਜੀ ਨੇ ਪ੍ਰਗਟ ਕੀਤਾ। ਭਾਵੇਂ ਕਿ ਇਤਿਹਾਸ ਵਿੱਚ ਇਹ ਵੀ ਆਉਂਦਾ ਜ਼ਿਕਰ ਕਿ ਨਾਮ ਗੁਰਬਖਸ਼ ਸਿੰਘ ਰੱਖਿਆ, ਪਰ ਪ੍ਰਚਲਿਤ ਨਾਮ ਬੰਦਾ ਸਿੰਘ ਹੀ ਰਿਹਾ। ਮਹਾਰਾਜ ਜੀ ਨੇ ਕਿਹਾ ਸਾਡਾ ਬੰਦਾ ਤੇ ਫਿਰ ਅੱਜ ਤੋਂ ਬਾਅਦ ਤੂੰ ਬੰਦਾ ਸਿੰਘ ਬਹਾਦਰ ਹੈ। ਹਾਂਜੀ, ਚੌਪਏ ਬਾਰ ਬਹਾ ਬੰਦੋ ਪਗ ਪਰਿਓ। ਬਾਰ ਬਾਰ ਬਾਬਾ ਬੰਦਾ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਤੋ ਸਤਿਗੁਰ ਸਿਰ ਪੈ ਹੱਥ ਧਰਿਓ। ਸਤਿਗੁਰੂ ਜੀ ਨੇ ਆਪਣਾ ਮਿਹਰਾਂ ਭਰਿਆ ਹੱਥ ਬਾਬਾ ਬੰਦਾ ਸਿੰਘ ਜੀ ਦੇ ਸਿਰ ਤੇ ਧਰਿਆ। ਬੰਦੇ ਕਹੀ ਕਿਖ ਆਗਿਆ ਦੇਹੋ। ਬਾਬਾ ਜੀ ਬੋਲੇ, ਬਾਬਾ ਬੰਦਾ ਸਿੰਘ ਜੀ, ਮਹਾਰਾਜ
ਮੈਨੂੰ ਆਗਿਆ ਦਿਓ। ਖਿਜ਼ਮਤ ਹਮੈ ਕੋ ਬਖਸ਼ਹੁ, ਮੈਨੂੰ ਕੋਈ ਖਿਜਮਤ ਬਖਸ਼ੋ, ਮੈਂ ਤੁਹਾਡੀ ਕੀ ਸੇਵਾ ਕਰਾਂ। ਸਤਿਗੁਰ ਕਹੇ ਤੁਮ ਜੋਗ ਯਹ ਕਾਰ। ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਤੇਰੇ ਯੋਗ ਤੇਰੇ ਜਿੰਮੇ ਇੱਕ ਕੰਮ ਲਾਉਨੇ ਆ। ਜਾਂ ਸਾਹਿਬ ਜ਼ਾਦਨ ਘਾਤੀ ਮਾਰ। ਜਾਓ ਸਰਹੰਦ ਜਾ ਕੇ ਸਾਹਿਬਜ਼ਾਦਿਆਂ ਦੇ ਘਾਤੀ ਨੂੰ ਮਾਰੋ, ਸਾਹਿਬਜ਼ਾਦਿਆਂ ਦੇ ਕਾਤਲ ਵਜੀਦੇ ਨੂੰ ਸੋਧਾ ਲਾਓ। ਸਰਹੰਦ ਕੋ ਮਾਰ ਫਿਰ ਮਾਰੀ ਪਹਾੜ। ਸਰਹੰਦ ਨੂੰ ਫਤਿਹ ਕਰਕੇ ਫਿਰ ਪਹਾੜ ਦਾ ਇਲਾਕਾ ਜਿੱਤ ਲਵੇ। ਸਤਿਗੁਰ ਸੌਂਪੀ ਤਿਸ ਯਹ ਕਾਰ। ਇਹ ਤਾਂ ਇਹ ਬਚਨ ਕਹਿ ਕੇ ਕਲਗੀਧਰ ਜੀ ਨੇ ਕਾਰ ਬਾਬਾ ਬੰਦਾ ਸਿੰਘ ਜੀ ਨੂੰ ਸੌਂਪੀ। ਸਿੱਖਨ ਰੱਖ ਸਿੱਖ ਸੰਘਰਿਓ। ਔਰ ਇਹ ਵੀ ਬਚਨ ਕੀਤਾ ਬੰਦਾ ਸਿੰਘ ਸਿੱਖਾਂ ਦੀ ਰਾਖੀ ਕਰਨੀ ਹੈ, ਤੇ ਜਿਹੜੇ ਆ ਸਿੱਖ ਨੇ ਸਿੱਖੀ ਤੋਂ ਦੂਰ ਨੇ ਉਹਨਾਂ ਦਾ ਨਾਸ਼ ਕਰਨਾ। ਦਾਸ ਹੋਏ ਤਾਂ ਉਸਾ ਉਬਰਿਓ। ਜਿਹੜਾ ਗੁਰੂ ਘਰ ਦਾ ਆ ਕੇ ਦਾਸ ਬਣ ਜੇ ਉਹਨੂੰ ਬਚਾਉਣਾ ਹੈ, ਉਹਦੀ ਰਾਖੀ ਕਰਨੀ ਹੈ। ਦਿੱਲੀਓਂ ਲਗ ਕਰ ਦੰਗਾ ਮਚਾਵੋ। ਮਹਾਰਾਜ ਜੀ ਕਹਿੰਦੇ ਦਿੱਲੀ ਤੱਕ ਚਲਾ ਜਾ, ਦਿੱਲੀ ਤੋਂ ਪਰੇ ਜਦੋਂ ਪੰਜਾਬ ਨੂੰ ਜਾਵੇਂਗਾ ਉੱਥੇ ਫਿਰ ਜਾ ਕੇ ਜੰਗ ਯੁੱਧ ਸ਼ੁਰੂ ਕਰਨੇ ਨੇ। ਦਿੱਲੀ ਤੋਂ ਉਰੇ ਨਹੀਂ, ਦਿੱਲੀ ਤੋਂ ਪਰੇ ਜਾ ਕੇ ਜੰਗ ਯੁੱਧ ਆਰੰਭਣੇ ਹਨ। ਪੰਜਾਬ ਪਰਬਤ ਸਭ ਧੂੜ ਮਿਲਾਵੋ। ਪੰਜਾਬ ਵਿੱਚ ਜਾ ਕੇ, ਪਰਬਤਾਂ ਵਿੱਚ ਜਾ ਕੇ, ਪਹਾੜਾਂ ਵਿੱਚ ਜਾ ਕੇ ਉਹਨਾਂ ਦੇ ਰਾਜ ਨੂੰ ਗਰਦ ਵਿੱਚ ਮਿਲਾਉਣਾ। ਦੋਹਰਾ ਬਿਰਛਨ ਕੋ ਸਿਰ ਜੋ ਲੱਗੈ ਕਹਿ ਬੰਦੋ ਉਸ ਜਾਗੋ। ਮਹਾਰਾਜ ਜੀ ਕਹਿੰਦੇ ਇੱਕ ਦਰਖਤਾਂ ਦੇ ਉੱਤੇ ਨਾ ਵੇਲ ਜੀ ਲੱਗ ਜਾਂਦੀ ਹੈ ਬੜੀ ਦੂਰ, ਉਹ ਸੰਘਣੀ ਜੀ ਹੋ ਕੇ। ਉਹ ਜਦੋਂ ਦਰਖਤਾਂ ਦੇ ਉੱਤੇ ਵੇਲ ਜੀ ਥੱਲੇ ਉਹਦੀ ਆਪਣੀ ਜੜ ਨਹੀਂ ਹੁੰਦੀ, ਉਹ ਦਰਖਤਾਂ ਦੇ ਉੱਤੇ ਇੰਨੀ ਫੈਲਦੀ ਹੈ ਵੀ ਵੱਡੇ ਤੋਂ ਵੱਡੇ ਦਰਖਤ ਨੂੰ ਸੁਕਾ ਦਿੰਦੀ ਹੈ। ਉਹਨੂੰ ਕਹਿੰਦੇ ਨੇ ਬੰਦੋ। ਉਹ ਜਿਹੜੀ ਵੇਲ ਹੁੰਦੀ ਹੈ ਨਾ, ਜਿਹੜੀ ਦਰਖਤ ਨੂੰ ਸੁਕਾ ਦਿੰਦੀ, ਆਪ ਜੀ ਨੇ ਵੇਖੀ ਹੋਵੇਗੀ ਬਹੁਤ ਦਰਖਤਾਂ ਤੇ, ਉਹਦੀ ਥੱਲੇ ਆਪਣੀ ਕੋਈ ਜੜ ਨਹੀਂ ਹੁੰਦੀ। ਉਹ ਦਰਖਤ ਦੇ ਉੱਤੇ ਉੱਤੇ ਹੀ ਫੈਲਦੀ ਇੰਨੀ ਫੈਲ ਜਾਂਦੀ ਹੈ, ਉਹਦੀਆਂ ਟਹਿਣੀਆਂ ਪੱਤਿਆਂ ਸਭ ਨੂੰ ਗ੍ਰਿਫਤ 'ਚ ਲੈ ਕੇ ਨਾ ਦਰਖਤ ਨੂੰ ਦਿਨਾਂ ਵਿੱਚ ਹੀ ਸੁਕਾ ਦਿੰਦੀ ਹੈ। ਉਹਨੂੰ ਬੰਦੋ ਮਹਾਰਾਜ ਜੀ ਕਹਿੰਦੇ ਇੱਕ ਉਹ ਬੰਦੋ ਕਹੀ ਜਾਂਦੀ ਹੈ, ਉਸ ਵੇਲ ਨੂੰ ਬੰਦੋ ਕਿਹਾ ਜਾਂਦਾ। ਹਮਰੋ ਬੰਦੋ ਤੂੰ ਬਨਸੋ ਤੂੰ ਜਾਹੇ ਪਾਤਸ਼ਾਹੀ ਲਾਗੋ। ਮਹਾਰਾਜ ਜੀ ਕਹਿੰਦੇ ਉਹਨੂੰ ਵੀ ਬੰਦਾ ਕਿਹਾ ਜਾਂਦਾ ਨਾ, ਜਿਹੜੀ ਉਹ ਦਰਖਤ ਦੇ ਉੱਤੇ ਆਲੇ ਦੁਆਲੇ ਉਹਨੂੰ ਗ੍ਰਿਫਤ ਵਿੱਚ ਲੈ ਲੈਂਦੀ ਹੈ। ਮਹਾਰਾਜ ਕਹਿੰਦੇ ਤੂੰ ਸਾਡਾ ਬੰਦਾ ਹੈ, ਤੇ ਹਿੰਦੁਸਤਾਨ ਵਿੱਚ ਜਿਹੜੇ ਤੁਰਕਾਂ ਦਾ ਰਾਜ ਰੂਪੀ ਦਰਖਤ ਹੈ ਨਾ, ਉਸ ਦਰਖਤ ਨੂੰ ਜਾ ਕੇ ਤੂੰ ਲੱਗ ਜਾ ਤੇ ਉਸ ਦਰਖਤ ਨੂੰ ਸੁਕਾ ਕੇ ਸਾੜ ਕੇ ਸਵਾਹ ਕਰ ਦੇ। ਮਹਾਰਾਜ ਕਹਿੰਦੇ ਤੂੰ ਸਾਡਾ ਬੰਦਾ ਆ, ਤੇ ਜਾ ਕੇ ਉਹ ਪਾਤਸ਼ਾਹੀ ਰੂਪੀ ਜਿਹੜਾ ਦਰਖਤ ਹੈ ਨਾ, ਹਿੰਦੁਸਤਾਨ ਦੇ ਮੁਗਲਾਂ ਦੀ ਜਿਹੜੀ ਪਾਤਸ਼ਾਹੀ ਹੈ, ਉਸ ਦਰਖਤ ਨੂੰ ਜਾ ਕੇ ਲੱਗ ਜਾ। ਦੋਹਰਾ ਸਤਿਗੁਰ ਆਖੀ ਜੋ ਬੰਦਾ ਸੋ ਓਨ ਕਰੇ ਮਨ ਜੋਰ। ਕਲਗੀਧਰ ਜੀ ਨੇ ਜਿਹੜੇ ਬਚਨ ਕਹੇ, ਬਾਬਾ ਬੰਦਾ ਸਿੰਘ ਜੀ ਨੇ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸਿਰ ਮੱਥੇ ਪ੍ਰਵਾਨ ਕੀਤਾ, ਮਨਜ਼ੂਰ ਕੀਤਾ। ਪ੍ਰਗਟ ਹੋਏ ਜਗਤ ਗੱਲ ਕੀਓ ਬੰਦਾ ਭਰਪੂਰ। ਇਹ ਗੱਲ ਸਾਰੇ ਜਗਤ 'ਚ ਪ੍ਰਗਟ ਹੋ ਗਈ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਬੰਦਾ ਸਿੰਘ ਨੂੰ ਭਰਪੂਰ ਕਰ ਦਿੱਤਾ। ਖਾਲੀ ਸੀ ਹੁਣ ਤਾਂ ਹੀ ਬੰਦਾ, ਪਰ ਹੁਣ ਕਲਗੀਧਰ ਦੀ ਬਖਸ਼ਿਸ਼ ਨਾਲ ਭਰ ਗਿਆ। ਬੰਦੇ ਗੁਰ ਖੰਡਾ ਦਿਓ ਲਿਓ ਉਹਨੇ ਗੱਲ ਪਾਏ। ਮਹਾਰਾਜ ਜੀ ਨੇ ਨਾ ਇੱਕ ਖੰਡਾ ਬਾਬਾ ਬੰਦਾ ਸਿੰਘ ਜੀ ਨੂੰ ਦਿੱਤਾ, ਤੇ ਬਾਬਾ ਜੀ ਨੇ ਉਹ ਖੰਡਾ ਆਪਣੇ ਗਾਤਰੇ ਪਾਇਆ। ਖਾਲਸੋ ਦੇਖ ਸੋ ਵਿਟਰਿਓ ਤਿਨ ਖੰਡੋ ਲਿਓ ਛਨਾਏ। ਲਾਗੇ ਸਿੰਘ ਬੈਠੇ ਸੀ, ਉਹਨਾਂ ਨੇ ਖੰਡਾ ਖੋਲਿਆ ਬੰਦਾ ਸਿੰਘ ਕੋਲੋਂ। ਸਿੰਘਾ ਆਖਿਆ ਮਹਾਰਾਜ ਖੰਡੇ ਤੇ ਤਾਂ ਖਾਲਸੇ ਦਾ ਹੱਕ ਹੈ। ਸੋਚਿਆ ਵੀ ਸ਼ਾਇਦ ਕਿਉਂਕਿ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਗੁਰਿਆਈ ਦੇਣ ਵੇਲੇ ਨਾਲ ਸ਼੍ਰੀ ਸਾਹਿਬ ਦਿੱਤੀ ਜਾਂਦੀ ਸੀ। ਹੁਣ ਇੱਥੇ ਕਈ ਸਿੰਘਾਂ ਦੇ ਮਨ 'ਚ ਇਹ ਖਿਆਲ ਆ ਗਿਆ ਕਿ ਕਿਤੇ ਕਲਗੀਧਰ ਜੀ ਇਸ ਸ਼੍ਰੀ ਸਾਹਿਬ ਖੰਡੇ ਦੇ ਨਾਲ ਬੰਦੇ ਨੂੰ ਗੁਰਿਆਈ ਤਾਂ ਨਹੀਂ ਦੇਣ ਲੱਗੇ। ਗੁਰਿਆਈ ਤਾਂ ਮਹਾਰਾਜ ਜੀ ਨੇ ਚਮਕੌਰ ਦੀ ਗੜੀ 'ਚ ਸਿੰਘਾਂ ਨੂੰ ਦਿੱਤੀ। ਇਸ ਕਰਕੇ ਸਿੰਘਾਂ ਨੇ ਉਸ ਭਾਵ ਨਾਲ
ਮਹਾਰਾਜ ਇਹ ਖੰਡੇ ਤੇ ਖਾਲਸੇ ਦਾ ਹੱਕ ਹੈ। ਏਦਾਂ ਸਤਿਗੁਰੂ ਜੀ ਦੇ ਉਹ ਮਹਾਰਾਜ ਜੀ ਨੇ ਦਿੱਤਾ ਤੇ ਸਿੰਘਾਂ ਨੇ ਲੈ ਲਿਆ। ਚੌਪਈ ਤਉ ਫਰਿਆਦ ਉਨ ਗੁਰ ਪਹਿ ਕਰੇ। ਬਾਬਾ ਬੰਦਾ ਸਿੰਘ ਨੇ ਹੱਥ ਜੋੜ ਕੇ ਗੁਰਦੇਵ ਨੂੰ ਫਰਿਆਦ ਕੀਤੀ। ਸਤਿਗੁਰ ਹਸ ਹਸ ਚਿੱਤ ਵਿਚਰੇ। ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਵਿਚਾਰ ਕੀਤੀ। ਚੀਜ਼ ਆਪਣੀ ਇਨੈ ਸੰਭਾਰੇ। ਮਹਾਰਾਜ ਜੀ ਕਹਿੰਦੇ ਜਿਹੜੀ ਚੀਜ਼ ਖਾਲਸੇ ਦੀ ਉਹ ਖਾਲਸੇ ਨੇ ਸੰਭਾਲ ਲਈ ਹੈ। ਪਇਓ ਖਾਲਸਾ ਅਬ ਕਲ ਧਾਰੇ। ਸਾਡਾ ਖਾਲਸਾ ਹੁਣ ਕਲਾ ਵਾਲਾ ਹੈ, ਸਾਡਾ ਖਾਲਸਾ ਹੁਣ ਤਾਣ ਵਾਲਾ ਹੈ। ਬੰਦਾ ਕੋ ਬਖਸ਼ੇ ਪੰਜ ਤੀਰ। ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਜੀ ਅਸੀਂ ਤੁਹਾਨੂੰ ਤੀਰ ਬਖਸ਼ਦੇ ਹਾਂ। ਆਪਣੇ ਪੱਥੇ ਚੋਂ 5 ਤੀਰ ਕੱਢ ਕੇ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਬਖਸ਼ੇ। ਕਹਿਓ ਸਤਿਗੁਰ ਇਹ 5 ਹੈ ਵੀਰ। ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਇਹ 5 ਤੀਰ ਨਹੀਂ 5 ਵੀਰ ਨੇ। ਔਰ ਇਹੋ ਜਿਹੇ ਬਲੀ ਵੀਰ ਨੇ, ਤੇਰੇ ਵੀਰਾਂ ਵਾਂਗੂ ਨਹੀਂ, ਇਹ ਸਾਡੇ ਵੀਰ ਨੇ। ਮਹਾਰਾਜ ਜੀ ਕਹਿੰਦੇ 5 ਤੀਰ 5 ਵੀਰ ਹਨ। ਪੜੈ ਲੋੜ ਜਿਤ ਵੱਲ ਤੁਹ ਆਏ। ਜਦੋਂ ਤੈਨੂੰ ਕਿਤੇ ਰਣ ਭੂਮੀ 'ਚ ਕਿਤੇ ਲੋੜ ਪਵੇ ਇਨ ਮੈਂ ਤੇ ਇੱਕ ਦਹੀਂ ਚਲਾਏ। ਇਹਨਾਂ ਪੰਜਾਂ 'ਚੋਂ ਇੱਕ ਤੀਰ ਚਲਾ ਦੇਵੀ। ਪੌਣ ਵਗੈ ਉਹ ਧੂੜ ਉਡਾਏ। ਇੰਨੀ ਪੌਣ ਚੱਲੇਗੀ, ਧੂੜ ਚੱਲੇਗੀ ਦੁਸ਼ਮਨ ਦ੍ਰਿਸ਼ਟ ਅੰਧ ਹੋਏ ਆਏ। ਕਿ ਦੁਸ਼ਮਣਾਂ ਦੀ ਨਿਗਾਹ ਅੰਨੀ ਹੋ ਜਾਏਗੀ, ਕਿਉਂਕਿ ਇਹਨਾਂ ਤੀਰਾਂ ਦੇ ਅਧੀਨ ਸ਼ਹੀਦੀ ਫੌਜਾਂ ਹਨ। ਉਲਟਾ ਫੌਜ ਪੌਣ ਪਲਟਾਏ। ਔਰ ਕਹਿੰਦੇ ਜਿਹੜੀ ਫੌਜ ਚੜ ਕੇ ਆਏਗੀ ਤੇਰੇ ਤੇ ਹਵਾ ਵਾਂਗੂ ਉਲਟਾ ਕੇ, ਜਿਵੇਂ ਬੱਦਲ ਹਵਾ ਕੁਫੇਰੀ ਚੱਲੇ ਤੇ ਬੱਦਲਾਂ ਨੂੰ ਉਲਟਾ ਦਿੰਦੀ ਹੈ, ਏਦਾਂ ਤੇਰੇ ਤੇ ਚੜ ਕੇ ਆਈ ਫੌਜ ਨੂੰ ਇਹ ਤੀਰ ਉਲਟਾ ਦੇਣਗੇ। ਦੁਸ਼ਮਨ ਮਾਰ ਫਤਿਹ ਜੰਗ ਪਾਏ। ਦੁਸ਼ਮਣਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿੱਚ ਤੈਂ ਫਤਿਹ ਪਾਵੇਂਗਾ। ਦੋਹਰਾ ਜੋ ਸੋਏ ਜੋ ਸਿੱਖ ਤੁਮ ਆ ਮਿਲੇ ਤਿਨ ਤੂੰ ਲਈ ਮਿਲਾਏ। ਜਿਹੜੇ ਸਿੱਖ ਜਾ ਕੇ ਜਦੋਂ ਤੂੰ ਪੰਜਾਬ ਜਾਵੇਂਗਾ ਤੈਨੂੰ ਸਿੱਖ ਮਿਲਣਗੇ ਸਾਡੇ ਹੁਕਮਨਾਮਿਆਂ ਨੂੰ ਪੜ੍ਹ ਕੇ। ਜਿਹੜਾ ਜਿਹੜਾ ਸਿੱਖ ਤੈਨੂੰ ਮਿਲੇ ਉਹਨਾਂ ਸਿੱਖਾਂ ਨੂੰ ਆਪਣੇ ਨਾਲ ਮਿਲਾ ਲਵੀਂ। ਆਦਰ ਦੇ ਦੈ ਭਾਂਤ ਭਲ ਆਗੇ ਦਿਓ ਚੜਾਏ। ਮਹਾਰਾਜ ਜੀ ਕਹਿੰਦੇ ਆ ਜਿੰਨੇ ਸਿੰਘ ਆਉਣ ਸਭ ਦਾ ਆਦਰ ਕਰਨਾ, ਖਾਲਸੇ ਦਾ ਸਤਿਕਾਰ ਕਰਨਾ, ਔਰ ਉਹਨਾਂ ਨੂੰ ਸਤਿਕਾਰ ਦੇ ਕੇ ਉਹਨਾਂ ਨੂੰ ਆਪਣੇ ਨਾਲ ਚੜਾਉਣਾ। ਚੌਪਈ ਸਿੰਘ ਮਜਾਲਨ ਲਈ ਬੁਲਾਏ। ਮਾਝੇ ਦੇ ਸਿੰਘਾਂ ਨੂੰ ਸੱਦਾ ਭੇਜ ਦੇਈ, ਮਾਲਵੇ ਦੇ ਸਿੰਘਾਂ ਨੂੰ ਸੱਦਾ ਭੇਜ ਕੇ ਬੁਲਾ ਲਵੀਂ। ਉਨਕੋ ਮੂਰੇ ਲੀਜੋ ਲਾਏ। ਔਰ ਉਹਨਾਂ ਸਾਰੇ ਸਿੰਘਾਂ ਨੂੰ ਆਪਣੇ ਮੂਹਰੇ ਲਾਵੀਂ, ਉਹ ਤੇਰੇ ਨਾਲ ਹੋ ਕੇ ਮੂਹਰੇ ਹੋ ਕੇ ਲੜਨਗੇ। ਓਏ ਹੈ ਮਹਾਸੂਰ ਅਤ ਹਠੇ। ਮਹਾਰਾਜ ਜੀ ਕਹਿੰਦੇ ਮੇਰੇ ਉਹ ਸਿੰਘ ਬੜੇ ਸੂਰਮੇ ਨੇ ਔਰ ਹਠੀ ਸੂਰਮੇ ਨੇ। ਇਹ ਨਹੀਂ ਵੀ ਕੱਚੇ ਪਿੱਲੇ ਸੂਰਮੇ, ਮਹਾਰਾਜ ਕਹਿੰਦੇ ਹਠੀ ਸੂਰਮੇ ਹਨ। ਉਨ ਤੇ ਫੌਜ ਤੁਰਕ ਜਾਏ ਨਠੇ। ਇਹੋ ਜਿਹੇ ਬਹਾਦਰ ਯੋਧੇ ਨੇ ਕਿ ਉਹਨਾਂ ਦੇ ਜੰਗ ਦੇ ਮੈਦਾਨ ਦੇ ਕਰਤੱਵ ਸੁਣ ਕੇ ਜੰਗ ਦੇ ਮੈਦਾਨ ਚੋਂ ਤੁਰਕ ਨੱਠ ਜਾਂਦੇ ਹਨ। ਓਏ ਹੈ ਸੂਰ ਮਹਾ ਬਲਵਾਨ। ਉਹ ਬੜੇ ਬਲਵਾਨ ਸੂਰਮੇ ਨੇ, ਬੜੇ ਯੋਧੇ ਸੂਰਮੇ ਹਨ। ਉਨ ਪੇ ਹੈ ਸਤਿਗੁਰ ਮਿਹਰਬਾਨ। ਉਹਨਾਂ ਉੱਤੇ ਵੀ ਸਤਿਗੁਰਾਂ ਦੀ ਮਿਹਰ ਹੈ। ਬਾਬੇ ਦੀਪ ਸਿੰਘ ਵਰਗੇ ਯੋਧੇ ਨੇ ਪੰਜਾਬ ਦੀ ਧਰਤੀ ਤੇ, ਉਹਨਾਂ ਨੂੰ ਆਪਣੇ ਨਾਲ ਰਲਾ ਲਵੀਂ। ਓਏ ਹੈ ਗੁਰ ਨਿਜ ਪ੍ਰਣ ਕੇ ਪੂਰੇ। ਉਹ ਆਪਣੇ ਗੁਰੂ ਦੇ ਪ੍ਰਣ ਦੇ ਪੂਰੇ ਹਨ। ਓਏ ਸੂਰਨ ਮੈਂ ਹੈ ਅਤ ਸੂਰੇ। ਉਹ ਸੂਰਮਿਆਂ ਵਿੱਚੋਂ ਵੱਡੇ ਸੂਰੇ ਹਨ। ਓਏ ਨਿਜ ਆਪਣੇ ਗੁਰ ਕੇ ਭਗਤ। ਉਹ ਆਪਣੇ ਗੁਰੂ ਦੇ ਭਗਤ ਨੇ, ਉਹਨਾਂ ਨੂੰ ਆਪਣੇ ਕੇਵਲ ਗੁਰੂ ਦਾ ਭਰੋਸਾ ਹੈ, ਗੁਰੂ ਤੇ ਟੇਕ ਹੈ। ਉਨ ਮੈਂ ਹੈ ਸਭ ਹਮਰੀ ਸ਼ਕਤ। ਮੇਰੇ ਉਹਨਾਂ ਸਿੰਘਾਂ ਵਿੱਚ ਮੇਰੀ ਸ਼ਕਤੀ ਹੈ ਬੰਦਾ ਸਿੰਘ। ਉਹਨਾਂ ਖਾਲਸਿਆਂ ਵਿੱਚ, ਉਹਨਾਂ ਸਿੰਘਾਂ ਵਿੱਚ ਮੇਰੀ ਸ਼ਕਤੀ ਹੈ। ਉਨ ਕੋ ਹਮ ਬਖਸ਼ੀ ਗੁਰ ਆਏ। ਉਸ ਸਮੁੱਚੇ ਖਾਲਸੇ ਨੂੰ ਮਹਾਰਾਜ ਜੀ ਕਹਿੰਦੇ ਮੈਂ ਗੁਰਿਆਈ ਬਖਸ਼ੀ ਹੈ।
ਸਮੁੱਚੇ ਖਾਲਸੇ ਨੂੰ ਮੈਂ ਗੁਰਿਆਈ ਦਿੱਤੀ ਹੈ। ਹਮ ਬਖਸ਼ੇ ਉਨ ਲਈ ਸੰਭਾਏ, ਅਸੀਂ ਗੁਰਿਆਈ ਬਖਸ਼ੀ ਆ, ਉਹਨਾਂ ਨੇ ਸੰਭਾਲੀ ਹੈ। ਹਮ ਮੈਂ ਉਨ ਮੈਂ ਭੇਦ ਕਿਛ ਨਾਹੇ, ਉਸ ਪੰਜਾਬ ਦੀ ਭੂਮੀ 'ਚ ਰਹਿਣ ਵਾਲੇ ਖਾਲਸੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ। ਉਨ ਮੈਂ ਹਮ ਓਏ ਹਮਰੇ ਮਾਹੇ, ਬੰਦਾ ਸਿੰਘ ਮੇਰੇ ਖਾਲਸੇ ਵਿੱਚ ਮੈਂ ਹਾਂ ਔਰ ਖਾਲਸਾ ਮੇਰੇ ਵਿੱਚ ਹੈ। ਮੈਂ ਉਹਨਾਂ ਵਿੱਚ ਹਾਂ, ਉਹ ਮੇਰੇ ਵਿੱਚ ਹਨ। ਐਸੇ ਬੰਦਾ ਦਿਓ ਸਮਝਾਏ, ਇਹ ਤਾਂ ਬਾਬਾ ਬੰਦਾ ਸਿੰਘ ਜੀ ਨੂੰ ਸਤਿਗੁਰਾਂ ਸਮਝਾਇਆ। ਚੰਗੇ ਵਿਦਵਾ ਚਾਹ ਕਮਾਏ, ਹੁਣ ਬਾਬਾ ਬੰਦਾ ਸਿੰਘ ਜੀ ਵੀ ਚੰਗੀ ਰੀਤੀ ਚੰਗੀ ਢੰਗ ਨਾਲ ਘਾਲਣਾ ਚਾਹੁੰਦੇ ਨੇ। ਦੋਹਰਾ ਜਬ ਸਤਿਗੁਰ ਆਗਿਆ ਦਏ, ਬੰਦੇ ਪੰਜਾਬੇ ਜਾਣ। ਜਦੋਂ ਸਤਿਗੁਰੂ ਜੀ ਨੇ ਆਗਿਆ ਦਿੱਤੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਜਾਣ ਦਾ ਹੁਕਮ ਕੀਤਾ। ਸਾਹਿਬ ਜਾਦੈ ਜਿਨ ਕਹੇ, ਤਿਨ ਕੋ ਕਰਨੈ ਕਾਣ। ਜਿਨ੍ਹਾਂ ਮਲੇਛਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹਨਾਂ ਮਲੇਛਾਂ ਦਾ ਘਾਣ ਕਰਨ ਵਾਸਤੇ, ਜਰਵਾਣਿਆਂ ਦਾ ਨਾਸ਼ ਕਰਨ ਵਾਸਤੇ ਪੰਜਾਬ ਜਾਣ ਨੂੰ ਹੁਕਮ ਕੀਤਾ। ਚੌਪਈ ਜੋ ਜੋ ਆਗਿਆ ਸਤਿਗੁਰ ਦਈ, ਜੋ ਜੋ ਹੁਕਮ ਕਲਗੀਧਰ ਜੀ ਨੇ ਕੀਤਾ, ਜੋ ਜੋ ਆਗਿਆ ਦਸਵੇਂ ਪਾਤਸ਼ਾਹ ਨੇ ਕਹੀ, ਸੋ ਬੰਦਾ ਕਾਗਜ਼ ਲਿਖ ਲਏ। ਬਾਬਾ ਬੰਦਾ ਸਿੰਘ ਜੀ ਨੇ ਇੱਕ ਇੱਕ ਬਚਨ ਕਾਗਜ਼ ਦੇ ਉੱਤੇ ਲਿਖ ਲਿਆ। ਪੂਰੀ ਵਿਉਂਤਬੰਦੀ ਮਹਾਰਾਜ ਜੀ ਨੇ ਦੱਸੀ ਸੀ। ਫਲਾਣੀ ਥਾਂ ਤੇ ਜਾਣਾ, ਅਮਕੀ ਥਾਂ ਤੇ ਜਾਣਾ, ਉੱਥੋਂ ਆਹ ਸਿੰਘ ਮਿਲਣਗੇ। ਕੱਲੀ ਕੱਲੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਾਗਜ਼ ਦੇ ਉੱਤੇ ਲਿਖ ਲਈ। ਹਮਰੇ ਸੰਗ ਭੇਜਿਓ ਸੋ, ਬੇਨਤੀ ਕੀਤੀ ਸਤਿਗੁਰੂ ਜੀ ਇੱਥੋਂ ਵੀ ਮੇਰੇ ਨਾਲ ਕੁਝ ਸਿੰਘ ਭੇਜੋ, ਕਿਉਂਕਿ ਮੇਰੀ ਤਾਂ ਪੰਜਾਬ 'ਚ ਕਿਸੇ ਨਾਲ ਸਿਆਣ ਨਹੀਂ ਹੈ। ਇੱਥੋਂ ਆਪ ਜੀ ਮੇਰੇ ਨਾਲ ਖਾਲਸਾ ਭੇਜੋ। ਬਤਾਵੇ ਸਿੱਖਿਆ ਸਿੱਖੀ ਜੋ, ਜਿਹੜੇ ਮੈਨੂੰ ਸਿੱਖਿਆ ਦੇ ਕੇ ਸਿੱਖੀ ਦਾ ਰਾਹ ਵੀ ਦੱਸਣ, ਕਿਉਂਕਿ ਮੈਂ ਹਾਲੇ ਅੱਜ ਨਵਾਂ ਸਿੱਖ ਬਣਿਆ, ਮੈਨੂੰ ਸਿੱਖੀ ਦੀ ਰਹਿਤ ਦਾ, ਸਿੱਖੀ ਦੀ ਮਰਿਆਦਾ ਦਾ ਨਹੀਂ ਪਤਾ। ਇਹੋ ਜਿਹੇ ਸਿੰਘ ਮਹਾਰਾਜ ਜੀ ਮੇਰੇ ਨਾਲ ਭੇਜੋ ਜਿਹੜੇ ਮੈਨੂੰ ਸਿੱਖੀ ਸਿਖਾਉਣ। ਤਬ ਗੁਰ ਸਿੰਘ ਮਝੈਲ ਰਲਾਏ, ਮਹਾਰਾਜ ਜੀ ਨੇ ਮਾਝੇ ਦੇ ਕੁਝ ਸਿੰਘ ਉਸ ਵੇਲੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਰਲਾਏ। ਬਾਬੇ ਬਨੋਦ ਸਿੰਘ ਕਾਨ ਸਿੰਘ ਚੜਾਏ, ਜਿਨ੍ਹਾਂ ਵਿੱਚੋਂ ਸਭ ਤੋਂ ਮੁਖੀ ਸਿੰਘਾਂ ਦੇ ਵਿੱਚੋਂ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਮਹਾਨ ਗੁਰਮੁਖ ਪਿਆਰੇ ਸਿੰਘ ਸਾਹਿਬ ਜਥੇਦਾਰ ਬਾਬਾ ਵਿਨੋਦ ਸਿੰਘ ਸਾਹਿਬ ਜੀ ਨੂੰ ਭੇਜਿਆ। ਨਿਸ਼ਾਨ ਨਗਾਰੇ ਜਿਹੜੇ ਸਾਨੂੰ ਬਾਬਾ ਵਿਨੋਦ ਸਿੰਘ ਜੀ ਨੂੰ ਨਾਲ ਦਿੱਤੇ ਕਿ ਬਾਬਾ ਬੰਦਾ ਸਿੰਘ ਜੀ ਨੂੰ ਬਖਸ਼ੀ ਬਣਾਇਆ। ਪੰਜਾਂ ਸਿੰਘਾਂ ਦੀ ਅਗਵਾਈ ਵਿੱਚ ਖਾਲਸਾ ਪੰਜ ਸਿੰਘ ਭੇਜੇ ਹਨ। ਉਹਨਾਂ ਵਿੱਚੋਂ ਮੁਖੀਆਂ ਵਿੱਚੋਂ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਹਨ ਔਰ ਦੂਸਰੇ ਬਾਬਾ ਕਾਨ ਸਿੰਘ ਜੀ ਨਾਲ ਭੇਜੇ ਹਨ। ਦਇਆ ਸਿੰਘ ਆਣਨ ਸਿੰਘ ਭਲੇ, ਦਇਆ ਸਿੰਘ ਜੀ ਰਣ ਸਿੰਘ ਜੀ ਨਾਲ ਹਨ। ਪੇ ਹਜੂਰ ਭੁਜੰਗੇ ਬੰਦਾ ਕਲੇ, ਇਹ ਸਤਿਗੁਰਾਂ ਦੇ ਹਜੂਰੀ ਭੁਜੰਗੀ ਨੇ, ਯੋਧੇ ਨੇ। ਇਹਨਾਂ ਨੂੰ ਮਹਾਰਾਜ ਜੀ ਨੇ ਬੰਦਾ ਸਿੰਘ ਦੇ ਨਾਲ ਭੇਜਿਆ। ਬਾਜ ਸਿੰਘ ਬਾਲ ਮੀਰਪੁਰ ਪੱਟੇ, ਫਿਰ ਬਾਜ ਸਿੰਘ ਜਿਹੜਾ ਮੀਰਪੁਰ ਪੱਟੀ ਨਗਰ ਦਾ ਰਹਿਣ ਵਾਲਾ ਯੋਧਾ ਸੀ ਬਲੀ। ਵਾਰੋ ਸਤਿਗੁਰ ਸੰਗ ਦਏ ਭਾਈਚਾਰ, ਇਹਨਾਂ ਨੂੰ ਨਾਲ ਭੇਜਿਆ। ਇਹਦੇ ਨਾਲ 4 ਭਰਾ ਹੋਰ ਸਨ, ਉਹਨਾਂ ਨੂੰ ਵੀ ਭੇਜਿਆ। ਔਰ ਚੜਾਏ ਬੜ ਸਿਦਕ ਵਾਰੇ, ਭਾਈ ਰਤਨ ਸਿੰਘ ਜੀ ਦੇ ਮੁਤਾਬਕ 5 ਸਿੰਘ ਤਾਂ ਮੁਖੀ ਬਣਾਏ ਨਾਲ, ਉਹਨਾਂ ਤੋਂ ਇਲਾਵਾ ਹੋਰ ਸਿੰਘਾਂ ਦਾ ਜਥਾ ਵੀ ਭੇਜਿਆ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਕੁਝ ਸਿੰਘ ਸਤਿਗੁਰੂ ਜੀ ਨੇ ਪੰਜਾਬ ਵੱਲ ਟੋਰੇ। ਰਹਿਤ ਹਜੂਰ ਥੇ ਗੁਰੂ ਪਿਆਰੇ, ਇਹ ਉਹ ਸਿੰਘ ਨੇ ਜਿਹੜੇ ਸਤਿਗੁਰਾਂ ਦੇ ਪਿਆਰੇ ਨੇ ਔਰ ਕਲਗੀਧਰ ਦੇ ਹਜੂਰ ਰਹਿੰਦੇ ਹਨ। ਮਝੈਲ ਸਿੱਖਨ ਕੋ ਲਿਖੀ ਅਰਦਾਸ, ਉਧਰ ਸਾਰੇ ਪੰਜਾਬ ਦੇ ਸਿੰਘਾਂ ਨੂੰ, ਮਾਝੇ ਮਾਲਵੇ ਦੇ ਸਾਰੇ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ। ਦੇਖਤ ਆਇਓ ਬੰਦੇ ਕੇ ਹੀ ਪਾਸ, ਕਿ ਸਾਡੇ ਹੁਕਮਨਾਮਿਆਂ ਦੇ ਦਰਸ਼ਨ ਕਰਦਿਆਂ ਸਾਰ ਜਿੰਨੇ ਵੀ ਸਿੰਘ ਨੇ ਤਿਆਰ ਬਰ ਤਿਆਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲੋ। ਜੋ ਹੈ ਦੋਖੀ ਖਾਲਸਾ ਭਾਰੇ, ਜਿਹੜੇ ਖਾਲਸੇ ਪੰਥ ਦੇ ਦੋਖੀ ਨੇ,
ਪੰਥ ਦੇ ਦਵੈਸ਼ੀ ਹਨ। ਜਿਨਨੇ ਸਾਹਿਬ ਜਾਦੇ ਹੈ ਮਾਰੇ, ਜਿਨ੍ਹਾਂ ਮਲੇਛਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਕਰਿਓ ਖੋਟ ਨਿਜ ਪਰਬਤ ਵਾਰਨ, ਜਿਹੜੇ ਪਹਾੜੀ ਰਾਜਿਆਂ ਨੇ ਮਲੇਛਤਾਈ ਕੀਤੀ ਹੈ, ਇਨ ਕੋ ਲੋਟੋ ਖੂਬ ਪਹਾੜ। ਉਹਨਾਂ ਪਹਾੜੀਆਂ ਨੂੰ ਵੀ ਸੋਧਾ ਲਾਓ, ਸਰਹੰਦ ਦੀ ਇੱਟ ਨਾਲ ਇੱਟ ਖੜਕਾਓ। ਪ੍ਰਥਮ ਬਜੀਦਾ ਲੀਜੋ ਮਾਰ, ਔਰ ਪਹਿਲਾ ਪਾਪੀ ਬਜੀਦੇ ਨੂੰ ਮਾਰਨਾ ਹੈ। ਬਹੁਤ ਮੁਰਦਾ ਤੇ ਕਰਿਓ ਖੁਆਰ, ਮਾਰ ਕੇ ਉਹਦੀ ਲਾਸ਼ ਵੀ ਜਿਹੜੀ ਆ ਉਹ ਖੁਆਰ ਕਰਨੀ ਆ ਮਲੇਛ ਦੀ। ਚੌਪਏ ਤਬ ਖਾਲਸੇ ਕਰੀ ਅਰਦਾਸ, ਖਾਲਸੇ ਨੇ ਅਰਦਾਸ ਕੀਤੀ। ਹੱਥ ਜੋੜ ਸ੍ਰੀ ਸਤਿਗੁਰ ਪਾਸ, ਸਤਿਗੁਰੂ ਜੀ ਦੇ ਪਾਸ ਸਿੰਘਾਂ ਨੇ ਬੇਨਤੀ ਕੀਤੀ। ਹਜੂਰੋ ਪਾਤਸ਼ਾਹੀ ਖਾਲਸੇ ਦਏ, ਆਖਿਆ ਮਹਾਰਾਜ ਜੀ ਆਪ ਜੀ ਨੇ ਪਾਤਸ਼ਾਹੀ ਆਪਣੇ ਖਾਲਸੇ ਨੂੰ ਦਿੱਤੀ ਹੈ। ਹਜੂਰੋ ਮੁਖੋ ਕਈ ਵਾਰ ਬਖਸ਼ੇ, ਹਜੂਰੋ ਆਪਣੇ ਮੁਖੋਂ ਆਪ ਜੀ ਨੇ ਕਈ ਵਾਰ ਇਹ ਬਚਨ ਕਹੇ ਨੇ ਕਿ ਮੈਂ ਹੰਨੇ ਹੰਨੇ ਦੀ ਪਾਤਸ਼ਾਹੀ ਆਪਣੇ ਖਾਲਸੇ ਨੂੰ ਦਿੱਤੀ ਹੈ। ਖਾਲਸੋ ਮਾਰੋ ਤੁਰਕਨ ਤੁਮ ਤਾਣੇ, ਮਹਾਰਾਜ ਤੁਹਾਡੇ ਤਾਣ ਨਾਲ ਖਾਲਸੇ ਨੇ ਮਲੇਛਾਂ ਨੂੰ ਮਾਰਿਆ ਤੇ ਅੱਗੇ ਮਾਰਨਗੇ। ਤੁਰਕ ਗਏ ਹਮ ਦਰਗਾਹੋ ਜਾਣੈ, ਅਸੀਂ ਇਹ ਜਾਣ ਲਿਆ ਕਿ ਤੁਰਕ ਰੱਬ ਦੀ ਦਰਗਾਹ ਵਿੱਚੋਂ ਵੀ ਚਲੇ ਗਏ ਨੇ। ਜੋ ਬੰਦਾ ਪਾਤਸ਼ਾਹੀ ਚਾਹੈ, ਹੁਣ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਕਿਤੇ ਬੰਦਾ ਸਿੰਘ ਕੱਲਾ ਪਾਤਸ਼ਾਹੀ ਤਾਂ ਨਹੀਂ ਭਾਲੇਗਾ, ਕਿਉਂਕਿ ਤੁਸੀਂ ਤਾਂ ਸਮੁੱਚੇ ਖਾਲਸੇ ਨੂੰ ਪਾਤਸ਼ਾਹੀ ਦਿੱਤੀ ਹੈ ਨਾ, ਕਿਤੇ ਬੰਦਾ ਕੱਲਾ ਪਾਤਸ਼ਾਹੀ ਨਾ ਭਾਲੇ। ਤਬ ਹਮ ਇਨਕਾ ਨਾਲ ਨਾ ਰਹੈ, ਜੇ ਬੰਦੇ ਨੇ ਕੱਲੇ ਨੇ ਪਾਤਸ਼ਾਹੀ ਭਾਲੀ ਤਾਂ ਮਹਾਰਾਜ ਜੀ ਫਿਰ ਅਸੀਂ ਇਹਦੇ ਨਾਲ ਨਹੀਂ ਚੱਲਣਾ। ਦੋਹਰਾ ਸਤਿਗੁਰ ਸੁਨਿਓ ਖੁਸ਼ ਪਾਏ, ਸੋ ਬੰਦੇ ਕਹਿ ਦੀਨਾ। ਸਤਿਗੁਰੂ ਜੀ ਨੇ ਸਿੰਘਾਂ ਦੇ ਮਨ ਦਾ ਜਿਹੜਾ ਇਹ ਥੋੜਾ ਜਿਹਾ ਤੋਖਲਾ ਸੀ ਉਹਨੂੰ ਦੂਰ ਕਰਨ ਵਾਸਤੇ ਬੰਦਾ ਸਿੰਘ ਨੂੰ ਕਿਹਾ, ਤੂੰ ਨਾ ਮੰਨੈ ਜਬ ਖਾਲਸਾ, ਤਬ ਹੋਏਗੀ ਤੁਮਰੀ ਹੀਨ। ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਜੀ ਖਾਲਸੇ ਦੇ ਤਾਬਿਆਂ ਰਹਿਣਾ, ਖਾਲਸੇ ਦੇ ਅਧੀਨ ਹੋ ਕੇ ਰਹਿਣਾ, ਤੇ ਜੇ ਤੈਂ ਖਾਲਸੇ ਦੀ ਤਾਬਿਆਂ ਅਧੀਨਗੀ ਨਾ ਪ੍ਰਵਾਨ ਕੀਤੀ ਤੇ ਤੇਰਾ ਨੁਕਸਾਨ ਹੋਵੇਗਾ, ਹਾਨੀ ਹੋਵੇਗੀ। ਜੋ ਤੋ ਸਿੰਘਨ ਖੁਸ਼ ਰੱਖੈ, ਤੋ ਰਹਿ ਸਦਾ ਤੂੰ ਸੁਖ। ਬੰਦਾ ਸਿੰਘ ਜੇ ਤੂੰ ਖਾਲਸੇ ਨੂੰ ਪ੍ਰਸੰਨ ਰੱਖੇਗਾ ਤੇ ਤੂੰ ਵੀ ਸਦਾ ਪ੍ਰਸੰਨ ਰਹੇਗਾ। ਜੇ ਤੂੰ ਸਿੰਘਨ ਦੁਖ ਦੇਵੈ, ਤੋ ਤੂੰ ਪਾਵੈ ਦੁਖ। ਤੇ ਜੇ ਤਾਂ ਸਿੰਘਾਂ ਨੂੰ ਕੋਈ ਦੁੱਖ ਦਿੱਤਾ, ਤਕਲੀਫ ਦਿੱਤੀ ਤੇ ਤੈਨੂੰ ਵੀ ਦੁੱਖ ਪ੍ਰਾਪਤ ਹੋਵੇਗਾ। ਤੋ ਪਏ ਤਬ ਬੰਦਾ ਮਨਜੂਰ ਸੋ ਕਰੇ, ਮਹਾਰਾਜ ਜੀ ਦੇ ਬਚਨ 7 ਬਚਨ ਕਹਿ ਕੇ ਬੰਦਾ ਸਿੰਘ ਨੇ ਮਨਜ਼ੂਰ ਕੀਤੇ। ਗੁਰੂ ਖਾਲਸਾ ਉਸੇ ਘਰੇ, ਖਾਲਸੇ ਨੂੰ ਉਸੇ ਘੜੀ ਚੱਲਣ ਦਾ ਹੁਕਮ ਹੋਇਆ। ਇੱਥੇ ਹਜੂਰੇ ਲਏ ਲਿਖਾਏ, ਕਲਗੀਧਰ ਜੀ ਨੇ ਹੁਕਮਨਾਮੇ ਲਿਖ ਦਿੱਤੇ। ਮੱਧ ਪੰਜਾਬ ਜੋ ਸਿੰਘ ਰਹਾਏ, ਜਿਹੜੇ ਪੰਜਾਬ 'ਚ ਸਿੰਘ ਰਹਿੰਦੇ ਸੀ ਉਹਨਾਂ ਨੂੰ ਹੁਕਮਨਾਮੇ ਲਿਖ ਭੇਜੇ ਹਨ। ਦੋਹਰਾ ਜੋ ਆਏ ਮਿਲੈ ਖਾਲਸਾ, ਉਹ ਸੁਖ ਸਾਰਾ ਲੇਹ। ਮਹਾਰਾਜ ਜੀ ਨੇ ਹੁਕਮਨਾਮਾ ਭੇਜਿਆ ਕਿ ਸਿੰਘੋ ਜਿਹੜਾ ਖਾਲਸੇ ਨਾਲ ਆ ਕੇ ਮਿਲੇਗਾ, ਬਾਬਾ ਬੰਦਾ ਸਿੰਘ ਜੀ ਦੇ ਨਾਲ ਸਿੰਘ ਭੇਜੇ ਆ ਸਤਿਗੁਰਾਂ ਨੇ, ਆਖਿਆ ਜਿਹੜਾ ਖਾਲਸੇ ਨਾਲ ਆ ਕੇ ਮਿਲੇਗਾ ਉਹਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਜੋ ਆਏ ਰਲੈ ਨਾ ਖਾਲਸੇ, ਰਈਅਤ ਤਿਸੈ ਬਣੇਹ। ਜਿਹੜਾ ਖਾਲਸੇ ਨਾਲ ਨਾ ਰਲੇਗਾ ਆ ਕੇ, ਉਹ ਫਿਰ ਰਈਅਤ ਬਣ ਕੇ ਰਹੇਗਾ, ਪ੍ਰਜਾ ਬਣ ਕੇ ਰਹੇਗਾ। ਚੌਪਏ ਬੰਦਾ ਕਹੇ ਬੰਦ ਕਰ ਹਾਥ, ਬੰਦਾ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ। ਹਮ ਮਾਨੇਗਾ ਸਿੰਘਨ ਬਾਤ, ਆਖਿਆ ਮਹਾਰਾਜ ਸਿੰਘਾਂ ਦਾ ਜੋ ਬਚਨ ਹੋਵੇਗਾ ਮੈਂ ਮੰਨਾਂਗਾ ਖਾਲਸੇ ਦਾ ਹੁਕਮ। ਭੀੜ ਪੜੈ ਜੈ ਹਮ ਪਰ ਆਏ, ਜਿੱਥੇ ਕਿਤੇ ਸਾਡੇ ਤੇ ਕੋਈ ਭੀੜ ਬਣ ਕੇ ਆਵੇ, ਹਮ ਤੁਮ ਕਰਨੀ ਬਨ ਗੁਸਹਾਏ। ਮਹਾਰਾਜ ਉਦੋਂ ਆ ਕੇ ਤੁਸੀਂ ਸਾਡੀ ਸਹਾਇਤਾ ਕਰਨੀ ਹੈ, ਬਚਨ ਕਰੋ। ਉਦੋਂ ਆਪ ਜੀ ਆ ਕੇ ਮੇਰੀ ਸਹਾਇਤਾ ਕਰਿਓ। ਰਿੱਧ ਸਿੱਧ ਕਿਛ ਹਮ ਪੀ ਦਏ, ਮਹਾਰਾਜ ਜੀ ਕੋਈ ਰਿੱਧੀ ਸਿੱਧੀ ਮੈਨੂੰ ਵੀ ਦੇ ਦਿਓ, ਜੇ ਲੋੜ ਪਵੇ ਤੇ ਮੈਂ ਵਰਤ ਲਵਾਂ। ਬਾਬਾ ਬੰਦਾ ਸਿੰਘ ਜੀ ਕਹਿੰਦੇ ਮਹਾਰਾਜ ਕੋਈ ਰਿੱਧੀ ਸਿੱਧੀ ਮੈਨੂੰ ਵੀ ਦੇ ਦਿਓ, ਕਿਉਂਕਿ ਉਹ ਜਿਹੜੀਆਂ ਪਹਿਲੀਆਂ ਸੀ ਇਹਦੇ ਗੁਰੂ ਵੱਲੋਂ ਦਿੱਤੀਆਂ, ਮਹਾਰਾਜ ਉਹ ਨਹੀਂ ਮੈਂ ਹੁਣ ਵਰਤਣੀਆਂ, ਉਹ ਤਾਂ ਗਈਆਂ।
ਹੁਣ ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ ਤੇ ਰਿੱਧ ਸਿੱਧ ਵੀ ਤੁਹਾਡੇ ਕੋਲੋਂ ਮੰਗਦਾ, ਤੁਹਾਡਾ ਜੋ ਬੰਦਾ ਹਾਂ। ਮਹਾਰਾਜ ਕੁਝ ਰਿੱਧੀ ਸਿੱਧੀ ਮੈਨੂੰ ਵੀ ਦੇ ਦਿਓ। ਜਿਮ ਪਤਿਆਰੋ ਜਗ ਮੈਂ ਪਏ, ਕਿਉਂਕਿ ਰਿੱਧੀ ਸਿੱਧੀ ਹੋਵੇਗੀ ਚਮਤਕਾਰ ਨੂੰ ਹੀ ਮਹਾਰਾਜ ਨਮਸਕਾਰ ਹੁੰਦੀ ਹੈ। ਜਗਤ ਨੂੰ ਤਾਂ ਹੀ ਮੇਰੇ ਤੇ ਭਰੋਸਾ ਵੱਜੇਗਾ ਜੇ ਆਪ ਜੀ ਮੈਨੂੰ ਕੋਈ ਕਲਾ ਬਖਸ਼ੋਗੇ। ਜੋ ਮੈਂ ਕਰੂੰ ਸਿੰਘਨ ਸੋ ਧਰੋਹ, ਮਹਾਰਾਜ ਜੇ ਮੈਂ ਸਿੰਘਾਂ ਨਾਲ ਖਾਲਸੇ ਨਾਲ ਕੋਈ ਧਰੋਹ ਕਰਾਂਗਾ ਤੋ ਮੈਂ ਲਿਓ ਅਗਲੇ ਖੋਹ। ਤੇ ਮਹਾਰਾਜ ਜਿਹੜੀ ਮੇਰੇ ਕੋਲ ਪਹਿਲਾਂ ਕੋਈ ਮਾੜੀ ਮੋਟੀ ਕਲਾ ਹੈ ਉਹ ਵੀ ਖੋ ਲਿਓ ਜੇ। ਫਿਰ ਹੁਣ ਜਿਹੜੀ ਦੇਣੀ ਹੈ ਤਾਂ ਲੈ ਹੀ ਲਓਗੇ, ਜਿਹੜੀ ਪਹਿਲਾਂ ਵੀ ਹੈ ਉਹ ਵੀ ਖੋ ਲਿਓ। ਇਸ ਕੋ ਸਤਿਗੁਰ ਯੋ ਪੁਨ ਕਹੇ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਸੌਂਪ ਸਭੀ ਹਨ ਖਾਲਸਾ ਦਏ। ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਸਾਡੇ ਕੋਲ ਜੋ ਸੀ ਅਸੀਂ ਆਪਣੇ ਖਾਲਸੇ ਨੂੰ ਸੌਂਪ ਦਿੱਤਾ। ਆਪਣੇ ਪੰਥ ਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਜੋ ਕੁਝ ਵੀ ਸੀ ਸਾਡੇ ਕੋਲ ਸਭ ਕੁਝ ਚਮਕੌਰ ਦੀ ਗੜੀ ਵਿੱਚ ਖਾਲਸੇ ਨੂੰ ਸੌਂਪ ਕੇ ਅਸੀਂ ਮੱਥਾ ਟੇਕ ਦਿੱਤਾ ਸੀ। ਜੋ ਕੁਝ ਸੀ ਅਸੀਂ ਆਪਣੇ ਖਾਲਸੇ ਨੂੰ ਸੌਂਪ ਦਿੱਤਾ। ਬੰਦਾ ਸਿੰਘ ਹਮਨੇ ਖਾਲਸਾ ਤੂੰ ਪਿਰ ਲਾਇਆ, ਬੰਦਾ ਸਿੰਘ ਤੂੰ ਸਾਡੇ ਖਾਲਸੇ ਤੋਂ ਵੱਖਰਾ ਥੋੜੀ ਹੈ, ਤੈਨੂੰ ਵੀ ਤਾਂ ਮੈਂ ਖਾਲਸੇ ਦੇ ਨਾਲ ਹੀ ਰਲਾ ਦਿੱਤਾ ਨਾ। ਪੌਲ ਛਕਾ ਦਿੱਤੀ ਐ, ਸਿੰਘ ਬਣਾ ਲਿਆ ਆਪਣਾ, ਤੈਨੂੰ ਵੀ ਖਾਲਸੇ ਦੇ ਨਾਲ ਰਲਾ ਲਿਆ। ਬੰਦਾ ਸਿੰਘ ਤੈਨੂੰ ਖਾਲਸੇ ਨਾਲੋਂ ਵੱਖਰਾ ਥੋੜੀ ਰੱਖਿਆ। ਹਾਂਜੀ ਤੈਂ ਪੇ ਖਾਲਸੋ ਵੰਡਾ ਪਾਇਆ, ਕਹਿੰਦੇ ਜਿਹੜਾ ਖਾਲਸੇ ਨੂੰ ਦਿੱਤਾ ਅਸੀਂ ਉਹ ਖਾਲਸੇ ਵਿੱਚੋਂ ਹਿੱਸਾ ਜਿਹੜਾ ਉਹ ਤੇਰਾ ਬਣਦਾ ਤੈਨੂੰ ਵੀ ਮਿਲ ਜਾਣਾ। ਬੰਦਾ ਸਿਆ ਮੰਗਣ ਦੀ ਕੀ ਲੋੜ ਹੈ, ਮੰਗੇ ਤੇ ਤਾਂ ਜੇ ਤੈਨੂੰ ਮਿਲੇ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਅਸੀਂ ਸਭ ਕੁਝ ਖਾਲਸੇ ਨੂੰ ਦੇ ਦਿੱਤਾ ਤੇ ਹਮ ਨੇ ਖਾਲਸਾ ਤੂੰ ਵੀ ਰਲਾਇਆ। ਤੈਨੂੰ ਵੀ ਬੰਦਾ ਸਿਆ ਮੈਂ ਖਾਲਸੇ ਚ ਰਲਾ ਲਿਆ ਤੇ ਤੈਂ ਵੀ ਖਾਲਸਿਓਂ ਵੰਡਾ ਪਾਇਆ। ਤੈਨੂੰ ਵੀ ਖਾਲਸੇ ਦੇ ਕੋਲੋਂ ਵੰਡਾ ਮਿਲ ਗਿਆ। ਜਿਹੜਾ ਤੇਰਾ ਵਰਤਾਰਾ ਤੇਰਾ ਹਿੱਸਾ ਉਹ ਵੀ ਤੈਨੂੰ ਖਾਲਸੇ ਦੇ ਵਿੱਚੋਂ ਹੀ ਮਿਲ ਗਿਆ। ਪੰਜ ਸਿੰਘ ਲੈ ਕੇ ਤੂੰ ਸਾਥ, ਰਹੀ ਗੱਲ ਸਿੱਧ ਦੀ ਰਿੱਧੀ ਦੀ ਕਰਾਮਾਤ ਦੀ ਤਾਂ ਤੈਨੂੰ ਇੱਕ ਸਭ ਤੋਂ ਵੱਡੀ ਕਰਾਮਾਤ ਦੇ ਦਿੰਨੇ ਆ। ਸੁਣ, ਪੰਜ ਸਿੰਘ ਲੈਣੇ ਆ ਤਿਆਰ ਬਰ ਤਿਆਰ, ਰਹਿਣੀ ਬਹਿਣੀ ਚ ਪੱਕੇ, ਆਨ ਮਰਿਆਦਾ ਵਿੱਚ ਨਿਤਨੇਮੀ ਅਭਿਆਸੀ ਗੁਰ ਸ਼ਬਦ ਦੇ। ਉਹ ਪੰਜ ਸਿੰਘ ਲੈ ਕੇ ਉਹਨਾਂ ਨੂੰ ਕਰ ਅਰਦਾਸ ਪੂਰੀ ਹੋਏ ਬਾਤ, ਜਿਸ ਕੰਮ ਲਈ ਕੋਈ ਇੱਛਾ ਹੋਵੇ ਕਿ ਇਹ ਚਾਹੀਦਾ ਉਹਨਾਂ ਪੰਜਾਂ ਸਿੰਘਾਂ ਕੋਲੋਂ ਅਰਦਾਸ ਕਰਾਈ। ਜਦੋਂ ਪੰਜੇ ਸਿੰਘ ਅਰਦਾਸ ਕਰਨਗੇ ਜੋ ਤੂੰ ਕਹੇਗਾ ਜੋ ਮੰਗੇਗਾ ਉਹਨਾਂ ਦੀ ਅਰਦਾਸ ਨਾਲ ਤੈਨੂੰ ਪ੍ਰਾਪਤ ਹੋ ਜਾਵੇਗਾ। ਕਿਉਂਕਿ ਖਾਲਸੇ ਨੂੰ ਦੇ ਦਿੱਤਾ ਨਾ ਸਭ ਕੁਝ। ਪੰਜ ਸਿੰਘ ਪੰਚ ਕਰਾਂ ਸੇ ਪੀਰਨ ਪੀਰ, ਇਨ ਪੰਚਨ ਮੈਂ ਮੋਰੋ ਵਾਸਾ। ਪਾਤਸ਼ਾਹ ਕਹਿੰਦੇ ਪੰਜਾਂ ਚ ਮੇਰਾ ਵਾਸਾ ਹੈ। ਪੰਜ ਭੁਜੰਗੀ ਲੈਣੇ ਆ ਤਿਆਰ ਬਰ ਤਿਆਰ, ਸ਼ਸਤਰ ਧਾਰੀ, ਰਹਿਣੀ ਬਹਿਣੀ ਚ ਪੱਕੇ, ਨਿਤਨੇਮੀ। ਉਹਨਾਂ ਕੋਲੋਂ ਅਰਦਾਸ ਕਰਾਉਣੀ ਹੈ ਤੇ ਅਰਦਾਸ ਜਦੋਂ ਕਰਾਏਗਾ ਜਿਹੜੀ ਅਰਦਾਸ ਕਰਾਏਗਾ ਉਹ ਪੂਰੀ ਹੋਵੇਗੀ। ਯੋ ਸੁਨ ਬੰਦੇ ਕਰੀ ਚੜਾਏ, ਇਹ ਸੁਣ ਕੇ ਬਾਬਾ ਬੰਦਾ ਸਿੰਘ ਜੀ ਨੇ ਸਾਹਿਬ ਦਾ ਥਾਪੜਾ ਲਿਆ ਔਰ ਨਾਂਦੇੜ ਤੋਂ ਸ੍ਰੀ ਹਜੂਰ ਸਾਹਿਬ ਤੋਂ ਚੱਲ ਪਏ। ਡੇਰਾ ਤੋਰਿਓ ਸਰਹੰਦੇ ਦਾਏ, ਮੁੱਖ ਸਰਹੰਦ ਵੱਲ ਕਰਕੇ ਬਾਬਾ ਜੀ ਚੱਲ ਪਏ ਤੇ ਚਲਦਿਆਂ ਮਨ 'ਚ ਫੁਰਨਾ ਆਇਆ ਵੀ ਜਿਹੜੀ ਕਰਾਮਾਤ ਗੁਰੂ ਜੀ ਨੇ ਦਿੱਤੀ ਆ ਉਹ ਪਰਖ ਕੇ ਵੇਖੀਏ ਵੀ ਪੰਜਾਂ ਦੀ ਅਰਦਾਸ ਪੂਰੀ ਹੁੰਦੀ ਹੈ। ਅਜਮਾ ਕੇ ਤਾਂ ਵੇਖਣੀ ਚਾਹੀਦੀ ਹੈ ਨਾ, ਜਿਹੜੀ ਗੁਰੂ ਨੇ ਦਾਤ ਦਿੱਤੀ ਹੈ ਉਹਨੂੰ ਵਰਤੀਏ ਤਾਂ ਸਹੀ। ਉਹ ਵਰਤਣ ਵਾਸਤੇ ਜਿਵੇਂ ਬਾਬਾ ਜੀ ਤਤਪਰ ਹੋ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਨਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੇ ਘਰ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਚੁਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸੀ। ਪੂਰਨ ਹੈ ਸਰਬ ਮੈਂ, ਪੰਜਨ ਗੁਣਤਾਸ। ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਬੇਕ। ਪਰੰਪਰ ਹਰ ਹਰੇ, ਕਹਿ ਪੇ ਹੋਵਨਹਾਰ। ਸੰਤ ਹੈ ਕੈ ਸਦਾ ਸੰਗ, ਧਾਰਾ ਆਧਾਰ। ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।